ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਸ਼ਾਮ ਦਾ ਜਿਹੜਾ ਪ੍ਰੋਗਰਾਮ, ਜਿਸ ਦੇ ਵਿੱਚ ਆਪਣੀਆਂ ਲੇਟੈਸਟ ਅਪਡੇਟ ਖਬਰਾਂ ਜਿਹੜੀਆਂ ਲੈ ਕੇ ਹਾਜ਼ਰ ਹੋ ਚੁੱਕੀਆਂ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਤੁਹਾਡੇ ਲਈ ਅਸੀਂ ਮਾਰਚ ਜਿਹੜੀ ਆ 31 ਡੇਟ ਆ ਅਤੇ ਸ਼ਾਮ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹੈਗੇ ਆ ਜੀ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀ ਆ ਗੱਲਬਾਤ ਕਰਾਂਗੇ ਕੀ ਕੁਛ ਹੈ ਇਸ ਟਾਈਮ, ਇਸ ਮੌਕੇ ਮਾਹੌਲ ਜਿਹੜਾ ਉਹ ਚੱਲ ਰਿਹਾ ਹੈਗਾ ਆ, ਕਿਉਂਕਿ ਆਪਾਂ ਸਾਰੇ ਜਾਣੇ ਜਾਣਦੇ ਹਾਂ ਵੀ ਹਾਲਾਤ ਕਾਫੀ ਜਿਹੜੇ ਨਾਜ਼ੁਕ ਆ ਉਹ ਹੁੰਦੇ ਜਾ ਰਹੇ ਆ, ਵੱਧ ਤੋਂ ਬੱਤਰ ਵੱਲ ਨੂੰ ਜਿਹੜਾ ਕਿਤੇ ਨਾ ਕਿਤੇ ਉਹ ਵੱਧ ਰਿਹਾ ਆ। ਸੋ ਉਸ ਦੇ ਬਾਰੇ ਵੀ ਆਪਾਂ ਜਿਹੜੀਆਂ ਸਰੋਤਿਆਂ ਨੂੰ ਜਾਣਕਾਰੀਆਂ ਉਹ ਦੇਵਾਂਗੇ। ਅਤੇ ਹਰਜੋਤ ਸਿੰਘ ਜੀ, ਜੇ ਨੰਬਰਸ ਦੇ ਉੱਤੇ, ਆંકੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕਿਉਂਕਿ ਉਸ ਤੋਂ ਹੀ ਪਤਾ ਲੱਗਦਾ ਹੈ ਵੀ ਮਾਹੌਲ ਕਿਸ ਪਾਸੇ ਵੱਲ ਨੂੰ ਵੱਧ ਰਿਹਾ ਹੈਗਾ ਆ। ਵੀ ਜੇ ਆਪਾਂ ਆਪਣੇ ਸਰੋਤਿਆਂ ਨੂੰ ਆਪਾਂ ਦੱਸਦੇ ਜਾਈਏ ਤਾਂ ਇਸ ਦੇ ਵਿੱਚ ਜਿਹੜੇ ਨਵੇਂ ਆંકੜੇ ਆ ਉਹ ਕਿਤੇ ਨਾ ਕਿਤੇ ਡਰਾਉਣੇ ਹੀ ਜਿਹੜੇ ਹਰਜੋਤ ਸਿੰਘ ਜੀ ਨਜ਼ਰ ਆ ਰਹੇ ਨੇ। ਇਸ ਮੌਕੇ ਕੁੱਲ ਕਰੋਨਾ ਵਾਇਰਸ ਦੇ ਪੀੜਤ 8,58,858 ਜਿਹੜੇ ਹੋ ਚੁੱਕੇ ਨੇ ਪੂਰੇ ਵਿਸ਼ਵ ਦੇ ਵਿੱਚ, ਅਤੇ 1 ਮਿਲੀਅਨ ਤੱਕ ਬਹੁਤ ਹੀ ਜਲਦ ਲੱਗਦਾ ਹੈ ਆંકੜਾ ਆ ਇਹ ਪਹੁੰਚ ਜਾਣਾ ਹੈ। 42,000 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ ਨੇ। ਰਿਕਵਰੀ ਵੀ ਜਿਹੜੀ ਆ, ਜਿੰਨੇ ਕਲੋਜ਼ਡ ਕੇਸ ਆ ਉਹਨਾਂ ਵਿੱਚੋਂ 81% ਲੋਕ ਜਿਹੜੇ ਉਹ ਰਿਕਵਰ ਕੀਤੇ ਨੇ। 1,77,000 ਜਿਹੜਾ ਕਿ ਇੱਕ ਪੋਜ਼ੀਟਿਵ ਚੀਜ਼ ਹੈਗੀ ਹੈ। ਸੋ ਆਪਾਂ ਸਾਰਿਆਂ ਨੂੰ ਉਸ ਦੇ ਉੱਤੇ ਸਭ ਤੋਂ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਆ। 2,19,000 ਕੇਸ ਜਿਹੜੇ ਆ ਕੁੱਲ ਕਲੋਜ਼ ਕੀਤੇ ਗਏ ਨੇ, ਅਤੇ ਉਹਨਾਂ ਵਿੱਚੋਂ 1,77,000 ਲੋਕ ਜਿਹੜੇ ਆ ਉਹ ਰਿਕਵਰ ਕਰ ਗਏ ਨੇ, ਜਿਹੜਾ ਕਿ ਇੱਕ ਚੰਗੀ ਗੱਲ ਹੈਗੀ ਆ। ਸੋ ਉੱਦਾਂ ਜਿਹੜਾ ਆਪਾਂ ਕੰਟਰੀ ਵਾਈਜ਼ ਜਿਹੜਾ ਦੱਸਦੇ ਜਾਈਏ, ਅਮਰੀਕਾ ਦਾ ਵੀ ਜਿਹੜਾ ਦੱਸਾਂਗੇ। ਇਟਲੀ ਦਾ ਜਿੱਦਾਂ ਆਪਾਂ ਦੱਸਿਆ ਸੀਗਾ 837 ਲੋਕ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ ਹੋਰ ਜਿਹੜੇ ਆ ਪਿਛਲੇ 24 ਘੰਟਿਆਂ। ਸਪੇਨ ਦੇ ਵਿੱਚ 748 ਹੋਰ, ਜਰਮਨੀ 'ਚ 130, ਫਰਾਂਸ ਦੇ ਵਿੱਚ 499 ਹੋਰ ਮੌਤਾਂ ਹੋਈਆਂ ਨੇ, ਈਰਾਨ 'ਚ 141, UK ਦੇ ਵਿੱਚ ਵੀ ਜਿਹੜਾ ਇਹ ਪਿਛਲੇ 24 ਘੰਟੇ ਉਹ ਮਾੜੇ ਹੀ ਰਹੇ। 381 ਹੋਰ ਮੌਤਾਂ ਜਿਹੜੀਆਂ ਉਸ ਦੇ ਵਿੱਚ ਦਰਜ ਕੀਤੀਆਂ ਗਈਆਂ। ਬੈਲਜੀਅਮ 'ਚ 192, ਨੀਦਰਲੈਂਡ 'ਚ 175 ਜਿਹੜੇ ਆ ਉਹ ਕੇਸ ਆਏ ਨੇ। ਟਰਕੀ ਦੇ ਵਿੱਚ ਵੀ 46 ਹੋਰ ਕੇਸ, ਅਤੇ ਸਵਿਟਜ਼ਰਲੈਂਡ ਦੇ ਵਿੱਚ ਕੇਸ ਨਹੀਂ, ਸੌਰੀ, ਇਹ ਮੌਤਾਂ ਦਾ ਆંકੜਾ ਜਿਹੜਾ ਮੈਂ ਦੱਸ ਰਿਹਾ ਹਾਂ, ਨਵੀਆਂ ਹੋਰ ਜਿਹੜੀਆਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ। ਸਵਿਟਜ਼ਰਲੈਂਡ 'ਚ 74 ਹੋਰ ਮੌਤਾਂ ਜਿਹੜੀਆਂ ਹੋਈਆਂ ਨੇ। ਸੋ ਲਗਾਤਾਰ ਓਵਰਆਲ ਵਿਸ਼ਵ ਦੇ ਵਿੱਚ ਕੇਸਾਂ ਦਾ ਸਿਲਸਿਲਾ, ਜਿਹੜਾ ਨਵੇਂ ਕੇਸਾਂ ਦਾ ਜਿਹੜਾ ਸਿਲਸਿਲਾ ਉਹ ਵੱਧ ਰਿਹਾ ਹੈ। ਅਤੇ ਸਭ ਤੋਂ ਤੇਜ਼ ਰਫ਼ਤਾਰ ਜਿਹੜਾ ਕੇਸ ਆ ਇਸ ਟਾਈਮ USA ਦੇ ਵਿੱਚ ਉਹ ਵੱਧ ਰਹੇ ਹੈਗੇ ਨੇ। ਸਪੇਨ ਦੇ ਵਿੱਚ ਵੀ 8,000 ਤਕਰੀਬਨ ਨਵੇਂ ਕੇਸ, ਫਰਾਂਸ ਦੇ ਵਿੱਚ 7,500 ਨਵੇਂ ਕੇਸ, ਜਰਮਨੀ 'ਚ 5,000 ਨਵੇਂ ਕੇਸ ਜਿਹੜੇ ਉਹ ਆਏ ਨੇ ਜੀ। USA 'ਚ ਅੱਜ ਦਾ ਜਿਹੜੇ ਪਿਛਲੇ 24 ਘੰਟੇ ਆ ਬਹੁਤ ਹੀ ਮਾੜੇ ਰਹੇ ਹੈਗੇ ਆ। 742 ਜਣੇ ਜਿਹੜੇ ਆ 24 ਘੰਟਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮੌਤ ਦੀ ਭੇਂਟ ਚੜ੍ਹ ਗਏ ਆਪਣੇ USA ਦੇ ਵਿੱਚ। ਟੋਟਲ ਹੁਣ ਤੱਕ 1,88,280 ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੈਗੇ ਆ, ਅਤੇ 24,492 25,000 ਬੰਦਾ ਇਕੱਲਾ ਅੱਜ ਦੇ ਵਿੱਚ 24 ਘੰਟਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਵਿੱਚ ਨਵੇਂ ਕੇਸ ਜਿਹੜੇ ਆ ਪ੍ਰਭਾਵਿਤ ਹੋਏ ਆ। ਹੁਣ ਤੱਕ USA ਦੇ ਵਿੱਚ 3,883 ਮੌਤਾਂ ਹੋ ਚੁੱਕੀਆਂ। ਸੋ ਆਲਰੇਡੀ ਜਿਹੜਾ 9/11 ਹੋਇਆ ਸੀ, ਜਦੋਂ ਜਿੰਨੀਆਂ ਮੌਤਾਂ ਹੋਈਆਂ ਸੀ ਉਹਨਾਂ ਨੂੰ ਇਹ ਸਰਪਾਸ ਕਰ ਗਿਆ ਹੈਗਾ ਆ। ਸੋ ਬਹੁਤ ਹੀ ਜਿਹੜਾ ਇਹ ਅੱਜ ਦਾ ਬੁਰਾ ਦਿਨ ਰਿਹਾ USA 'ਚ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਆਉਣ ਵਾਲੇ ਜਿਹੜੇ 2 ਹਫ਼ਤੇ ਆ ਇਹ ਬਹੁਤ ਹੀ ਜਿਹੜੇ ਡਰਾਵਣੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਕਿਹਾ ਹੈਗਾ। ਉਹਨਾਂ ਨੇ ਖੁਦ ਹੁਣ ਕਿਹਾ ਵੀ ਜਿਹੜਾ ਵਾਈਟ ਹਾਊਸ ਆ ਜਾਂ ਵਾਈਟ ਹਾਊਸ ਦੇ ਆਫੀਸ਼ੀਅਲ ਉਹ ਆਲਰੇਡੀ ਸੋਚ ਰਿਹਾ ਵੀ 1 ਲੱਖ ਤੋਂ ਵੱਧ ਲੋਕ ਜਿਹੜੇ USA 'ਚ ਕਰੋਨਾ ਵਾਇਰਸ ਦੇ ਨਾਲ ਮਰਨਗੇ। ਜਿਹੜਾ ਡਾਕਟਰ ਫੌਸੀ ਅਤੇ ਡਾਕਟਰ ਬਰਕਸ ਜਿਹੜੀ ਆ, ਦੋਨਾਂ ਨੇ ਕਿਹਾ ਵੀ ਇਹ 2.5 ਲੱਖ ਤੱਕ ਵੀ ਜਾ ਸਕਦੀ ਹੈਗੀ ਆ, ਕਿਉਂਕਿ ਸੋਸ਼ਲ ਡਿਸਟੈਂਸ ਸ਼ੁਰੂ ਕਰਤੀ, ਨਹੀਂ ਤਾਂ ਕਹਿੰਦੇ 2 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋਣੀ ਸੀ। ਸੋ ਜੇ USA ਦੇ ਵਿੱਚ ਸਟੇਟ ਵਾਈਜ਼ ਦੱਸਦੇ ਜਾਈਏ ਅਤੇ ਨਿਊਯਾਰਕ ਜਿਹੜਾ ਆ ਬਹੁਤ ਬੁਰੀ ਪੋਜੀਸ਼ਨ ਦੇ ਵਿੱਚ ਹੈਗਾ ਆ। ਜੀ ਇਹ ਸਮੱਸਿਆ ਕਾਫੀ ਜ਼ਿਆਦਾ ਨਿਊਯਾਰਕ ਦੇ ਵਿੱਚ ਹੈਗੀ ਆ। ਸੋ ਨਿਊਯਾਰਕ ਦੇ ਵਿੱਚ ਹੁਣ ਤੱਕ 75,983 76,000 ਕੇਸ ਹੋ ਗਏ ਆ। ਨਵੇਂ ਕੇਸ ਪਿਛਲੇ 24 ਘੰਟਿਆਂ 'ਚ ਲਗਭਗ 8700 ਆਏ ਆ। 1550 ਉੱਥੇ ਮੌਤਾਂ ਹੋ ਚੁੱਕੀਆਂ। 24 ਘੰਟਿਆਂ 'ਚ 208 ਮੌਤਾਂ ਹੋਈਆਂ। ਇਸੇ ਤਰ੍ਹਾਂ ਨਿਊ ਜਰਸੀ ਦੇ ਵਿੱਚ 69 ਹੋਈਆਂ,
ਕੈਲੀਫੋਰਨੀਆ ਦੇ ਵਿੱਚ 29 ਹੋਈਆਂ, ਮਿਸ਼ੀਗਨ 'ਚ 75 ਮੌਤਾਂ ਹੋਈਆਂ। ਮਿਸ਼ੀਗਨ ਬਹੁਤ ਫਾਸਟ ਚੱਲ ਰਿਹਾ ਹੈਗਾ। ਫਲੋਰੀਡਾ 'ਚ 14, ਮੈਸਾਚੂਸਟਸ 'ਚ 33, ਇਲੀਨੋਇਸ 26। ਹੁਣ ਤੁਸੀਂ ਦੇਖੋ ਵੀ ਜਿਹੜੀ ਵਾਸ਼ਿੰਗਟਨ 'ਚ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਕੇਸ ਜਿਹੜੇ ਆ ਸ਼ੁਰੂ ਹੋਏ ਸੀ, ਹੁਣ ਵਾਸ਼ਿੰਗਟਨ ਸਟੇਟ ਜਿਹੜੀ ਆ 8ਵੇਂ 9ਵੇਂ ਨੰਬਰ 'ਤੇ ਆ ਗਈ ਆ। ਪਹਿਲੇ ਨਿਊਯਾਰਕ, ਫਿਰ ਨਿਊ ਜਰਸੀ, ਫਿਰ ਕੈਲੀਫੋਰਨੀਆ, ਫਿਰ ਮਿਸ਼ੀਗਨ, ਫਲੋਰੀਡਾ, ਮੈਸਾਚੂਸਟਸ, ਇਲੀਨੋਇਸ ਅਤੇ ਹੁਣ ਵਾਸ਼ਿੰਗਟਨ। ਉਹ ਤੋਂ ਬਾਅਦ ਲੂਜ਼ੀਆਨਾ ਦਾ ਬਹੁਤ ਫਰਕ ਆ। ਲੂਜ਼ੀਆਨਾ ਅਤੇ ਪੈਂਸਿਲਵੇਨੀਆ 'ਚ ਵੀ ਕੇਸ ਕਾਫੀ ਬਦਲੇ ਹੈਗੇ ਆ। ਜੀ ਬਿਲਕੁਲ। ਸੋ ਵਾਸ਼ਿੰਗਟਨ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਹਰਜੋਤ ਸਿੰਘ ਜੀ ਇਹ ਸਭ ਤੋਂ ਪਹਿਲਾਂ ਕੇਸ ਸਾਹਮਣੇ ਆਏ ਸੀ, ਉਹ ਸ਼ਹਿਰ ਨੇ ਅਤੇ ਉਸ ਦੇ ਇਰਦ ਗਿਰਦ ਦੇ ਸ਼ਹਿਰਾਂ ਨੇ ਇਕੱਠੇ ਮਿਲ ਕੇ ਜਿਹੜਾ ਸਖਤ ਅਤੇ ਤੇਜ਼ੀ ਦੇ ਨਾਲ ਜਿਹੜਾ ਉਹ ਫੈਸਲਾ ਲਿਆ ਅਤੇ ਉਸ ਦੇ ਵਿੱਚ ਜਿਹੜਾ ਉਹ ਦੇਖ ਰਹੇ ਆ ਵੀ ਇਸ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਜਿਹੜੀ ਉਹ ਮਿਲ ਰਹੀ ਆ। ਉਹਨਾਂ ਦੇ ਜਿਹੜੇ ਹੈਲਥ ਵਰਕਰ ਆ ਉਹਨਾਂ ਉੱਤੇ ਵੀ ਦਬਾਅ ਬਾਕੀ ਜਿਹੜੇ ਸੂਬਿਆਂ ਦੇ ਮੁਕਾਬਲੇ ਜਿਹੜਾ ਉਹ ਘੱਟ ਨਜ਼ਰ ਆ ਰਿਹਾ ਹੈਗਾ। ਸੋ ਇਸੇ ਤਰੀਕੇ ਦਾ ਹੀ ਕਿਤੇ ਨਾ ਕਿਤੇ ਜਿਹੜਾ ਦੇਖਣ ਨੂੰ ਜਿਹੜਾ ਉਹ ਮਿਲਣਾ ਚਾਹੀਦਾ ਸੀਗਾ। ਇੱਕ ਸਾਡੇ ਫੇਸਬੁੱਕ ਦੇ ਉੱਤੇ JP ਸਿੰਘ ਕਹਿ ਰਹੇ, ਕਹਿੰਦੇ ਵੀ ਉਹ ਨਿਊਯਾਰਕ ਤੋਂ ਨੇ, ਉਹਨਾਂ ਨੂੰ ਫੀਵਰ ਵਗੈਰਾ ਸੀ, ਕਹਿੰਦੇ ਵੀ ਉਹ ਟੈਸਟ ਕਰਾਉਣ ਗਏ ਸੀ ਪਰ ਉਹਨਾਂ ਨੇ ਉਹ ਟੈਸਟ ਕੀਤਾ ਨਹੀਂ ਅਤੇ ਲੌਂਗ ਆਈਲੈਂਡ ਦੇ ਵਿੱਚ ਕਹਿੰਦੇ ਉਹ ਇੱਕ ਹਸਪਤਾਲ ਦੇ ਵਿੱਚ ਗਏ ਸੀ ਅਤੇ ਡਾਕਟਰ ਨੇ ਉਹਦਾ ਕਹਿਤਾ ਵੀ ਤੂੰ ਪੋਜ਼ੀਟਿਵ ਆ ਅਤੇ ਘਰੇ ਜਾ। ਸੋ ਆਈ ਡੋਂਟ ਨੋ ਇਸ ਦੇ ਵਿੱਚ ਕੀ ਹੋਰ ਜਿਹੜਾ ਇਸ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਉਹ ਜੇ ਉਹ ਦੱਸ ਸਕਦੇ ਆ ਅਤੇ ਉਹ ਜ਼ਰੂਰ ਜਿਹੜੀ ਉਹ ਦੱਸਣ। ਪਰ ਇਹ ਜਿਹੜੀ ਇੱਕ ਮਾੜੀ ਸਥਿਤੀ ਆ। ਨਿਊਯਾਰਕ ਦਾ ਗਵਰਨਰ ਤਾਂ ਕਾਦਾ ਇਹੀ ਜਿਹੜਾ ਉਹ ਕਰਲਾ ਰਿਹਾ, ਰੋ ਰਿਹਾ ਵੀ ਸਾਡੇ ਕੋਲ ਹੈਲਥ ਵਰਕਰਸ ਦੇ ਲਈ ਚੀਜ਼ਾਂ ਜਿਹੜੀਆਂ ਪੂਰੀਆਂ ਨਹੀਂ ਆ। ਟੈਸਟਿੰਗ ਤਾਂ ਹੁਣ ਵੈਸੇ ਜੰਗੀ ਪੱਧਰ ਦੇ ਉੱਤੇ ਤਕਰੀਬਨ ਕਾਫੀ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਅਵੇਲੇਬਲ ਜਿਹੜੀ ਉਹ ਹੈਗੀ ਆ। ਉੱਦਾਂ ਜੇ ਕੈਲੀਫੋਰਨੀਆ ਦੇਖਿਆ ਜਾਵੇ ਤਾਂ ਹਜੇ ਹਜ਼ਾਰਾਂ ਹੀ ਟੈਸਟਾਂ ਦੇ ਰਿਜ਼ਲਟ ਜਿਹੜੇ ਅਜੇ ਆਉਣੇ ਬਾਕੀ ਨੇ। ਉੱਦਾਂ FDA ਦੇ ਦੁਆਰਾ ਕਈ ਜਿਹੜੀਆਂ ਆ ਉਹ ਨਵੇਂ ਟੈਸਟ ਜਿਹੜੇ ਅਪਰੂਵ ਕੀਤੇ ਗਏ। ਆਈ ਡੋਂਟ ਨੋ ਉਹ ਤੇਜ਼ੀ ਵਾਲੇ ਜਿਹੜੇ ਟੈਸਟ ਆ ਉਹ ਹੋ ਰਹੇ ਨੇ ਜਾਂ ਨਹੀਂ ਹੋ ਰਹੇ, ਉਸ ਦੇ ਬਾਰੇ ਅਜੇ ਬਹੁਤੀ ਜਾਣਕਾਰੀ ਸਾਡੇ ਕੋਲ ਨਹੀਂ ਹੈਗੀ। ਕੋਈ ਪੁੱਛ ਰਹੇ ਨੇ ਵੀ ਪ੍ਰੋਪਰ ਲੋਕਡਾਊਨ ਕਦੋਂ ਜਿਹੜਾ ਇਹਨਾਂ ਨੇ ਕਰਨਾ ਆ। ਇਹ ਤਾਂ ਹੁਣ ਬਈ ਲੋਕਾਂ ਨੂੰ ਵੀ ਸਮਝਣਾ ਚਾਹੀਦਾ। ਹੁਣ ਜੇ ਡੰਡੇ ਦੇ ਸਿਰ ਦੇ ਉੱਤੇ ਹੀ ਜੇ ਆਪਾਂ ਸਾਰਾ ਕੁਝ ਕਰਾਂਗੇ ਫਿਰ ਤਾਂ ਮਾੜੀ ਗੱਲ ਆ। ਤੁਸੀਂ ਆਪਣੇ ਪੋਲੀਟੀਸ਼ੀਅਨ ਨੂੰ ਕਰੋ ਨਾ ਕੰਟੈਕਟ, ਜਿਹੜੇ ਲੋਕਲ ਹੈਗੇ ਆ। ਹੁਣ ਕਈ ਸਟੇਟਾਂ ਕਰੀ ਨਹੀਂ ਰਹੀਆਂ, ਕਈ ਸ਼ਹਿਰ ਨਹੀਂ ਕਰ ਰਹੇ। ਆਪਣੇ ਮੇਅਰ ਨੂੰ, ਸਿਟੀ ਕੌਂਸਲ ਨੂੰ, ਜਿਹੜੇ ਕਾਂਗਰਸਮੈਨ ਆ, ਲੋਕਲ ਸਟੇਟ ਦੇ ਅਸੈਂਬਲੀਮੈਨ ਆ, ਸੈਨੇਟਰ ਆ, ਉਹਨਾਂ ਨੂੰ ਕਾਲਾਂ ਕਰੋ ਵੀ ਭਾਈ ਇਹ ਕਰੋ। ਇਹ ਤਾਂ ਜਿਹੜਾ ਆ ਇੱਕ ਤਰ੍ਹਾਂ ਨਾਲ ਬਹੁਤ ਭਿਆਨਕ ਹੋ ਰਿਹਾ। ਹੁਣ ਜਿਹੜੇ ਡਾਕਟਰ ਫੌਸੀ ਆ ਉਹ ਵੀ ਇਹ ਕਹਿੰਦੇ ਆ ਵੀ 2.5 ਲੱਖ ਤੱਕ ਮੌਤ ਹੋ ਸਕਦੀ ਆ। ਆਪਾਂ ਟਰਾਈ ਕਰ ਰਹੇ ਹਾਂ ਵੀ ਘੱਟ ਹੋਵੇ, ਪਰ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਹ ਕਿਹਾ ਵੀ ਜਿਹੜੇ ਆਉਣ ਵਾਲੇ 2 ਹਫ਼ਤੇ ਆ ਇਹ ਬਹੁਤ ਹੀ ਜਿਹੜੇ ਖਤਰਨਾਕ ਹੈਗੇ ਆ। ਸੋ ਮੈਂ ਕਹਿੰਦੇ ਲਾਈਫ 'ਚ ਬਿਲੀਵ ਨਹੀਂ ਕਰ ਸਕਦਾ ਵੀ ਇਹ 2 ਹਫ਼ਤੇ ਇੱਦਾਂ ਦੇ ਹੋਣਗੇ। ਜੀ ਬਿਲਕੁਲ। ਇਹ ਬੀਤੇ ਐਤਵਾਰ ਤੋਂ ਹੀ ਜਿਹੜੇ ਆ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਜਿਹੜੇ ਦੱਸ ਰਹੇ ਨੇ ਵੀ 1 ਲੱਖ ਤੋਂ 2 ਲੱਖ ਬੰਦੇ ਮਰ ਸਕਦੇ। ਇਹ ਡਾਕਟਰ ਬਰਕਸ ਦਾ ਕਹਿਣਾ ਆ। ਇਹ 1 ਲੱਖ ਤੋਂ 2 ਲੱਖ ਦੇ ਜਿਹੜੇ ਮਰਨ ਦਾ ਆંકੜਾ ਅਸੀਂ ਤਾਂ ਦੱਸ ਰਹੇ ਹਾਂ ਜੇ ਲੋਕ ਪ੍ਰੋਪਰਲੀ ਪਰਫੈਕਟਲੀ ਜਿਹੜੀਆਂ ਸੋਸ਼ਲ ਡਿਸਟੈਂਸਿੰਗ ਵਾਲੀ ਆ ਉਸ ਨੂੰ ਮੰਨਣ। ਜੇ ਉਹ ਨਹੀਂ ਮੰਨਣਗੇ ਤਾਂ ਆંકੜਾ ਜਿਹੜਾ ਅਨੁਮਾਨ ਆ ਇਹਨਾਂ ਦਾ ਇਹ ਉਸ ਤੋਂ ਅੱਗੇ ਤੱਕ ਜਿਹੜਾ ਉਹ ਜਾ ਸਕਦਾ ਹੈ। ਸੋ ਭਾਈ ਕਿਰਪਾ ਕਰਕੇ ਜ਼ਰੂਰ ਧਿਆਨ ਜਿਹੜਾ ਉਹ ਦੇਵੋ ਜਿਹੜੀਆਂ ਚੀਜ਼ਾਂ ਤੁਹਾਨੂੰ ਆਖੀਆਂ ਜਾ ਰਹੀਆਂ। ਹੁਣ ਕੈਲੀਫੋਰਨੀਆ ਦੇ ਤਾਂ ਪੂਰੇ ਸਟੇਟ ਦੇ ਵਿੱਚ ਹੀ ਲੱਗਾ, ਜੇ ਲੋਕ ਹੀ ਨਹੀਂ ਮੰਨਣ ਨੂੰ ਰਾਜੀ ਤਾਂ ਕੀ ਹੋਊਗਾ। ਨਿਊਯਾਰਕ ਦੀ ਕੱਲ੍ਹ ਹਰਜੋਤ ਸਿੰਘ ਜੀ ਤਸਵੀਰਾਂ ਦੇਖੀਆਂ ਹੋਣੀਆਂ ਲੋਕਾਂ ਨੇ, ਨਿਊਯਾਰਕ ਦੇ ਲੋਕਾਂ ਨੇ ਵੀ ਦੇਖਿਆ ਹੋਣਾ। ਉਹ ਜਿਹੜੀ ਸ਼ਿਪ ਆਉਣੀ ਸੀਗੀ USS ਕੰਫਰਟ, ਉਸ ਨੂੰ ਦੇਖਣ ਦੇ ਲਈ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਹਜੂਮ ਤੁਰਿਆ ਹੋਇਆ। ਫੋਟੋਆਂ ਖਿੱਚਣ ਜਿਹੜੀਆਂ ਉਹਨਾਂ ਦੀਆਂ ਜਾ ਰਹੀਆਂ। ਅਕਲ ਨੂੰ ਹੱਥ ਪਤਾ ਨਹੀਂ ਇਹਨਾਂ ਨੇ ਕਦੋਂ ਮਾਰਨਾ ਆ। ਉੱਦਾਂ ਆਪਾਂ ਜਦੋਂ ਵੀ ਕਿਤੇ ਕਿਸੇ ਚੀਜ਼ ਦੀ ਕਹਿੰਦੇ ਉਦਾਹਰਨ ਦੇਣੀ ਹੁੰਦੀ, ਕਹਿੰਦੇ ਆਪਾਂ ਦੱਸਦੇ ਹਾਂ ਵੀ ਉਹ ਦੇਖੋ ਜੀ ਉਹ ਗੋਰੇ ਆ, ਉਹ ਅਮਰੀਕਾ ਵਾਲੇ ਦੇਖੋ ਜੀ ਇੰਨੇ ਸਿਆਣੇ ਆ, ਇਹ ਹੈ ਉਹ। ਅੱਜ ਉਹ ਸਾਰੇ ਜਿਹੜੇ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਨੇ। ਕੀ ਜਿਹੜਾ ਉਹ ਕਰ ਰਹੇ ਨੇ ਇਹ ਆਈ ਥਿੰਕ ਇਸ ਨੂੰ ਪਤਾ ਨਹੀਂ ਅਜੇ ਵੀ ਲੋਕ ਜਿਹੜੇ ਬਿਲਕੁਲ ਸੀਰੀਅਸਲੀ ਜਿਹੜਾ ਉਹ ਨਹੀਂ ਲੈ ਰਹੇ। ਇਹ ਮਾੜੀ ਗੱਲ ਹੈਗੀ ਆ। ਇਹ ਇਹਨਾਂ ਨੂੰ ਜਿਹੜਾ ਸੀਰੀਅਸਲੀ ਲੈਣ ਦੀ ਜ਼ਰੂਰਤ ਹੈਗੀ ਆ। ਇਹ ਵੱਧ ਤੋਂ ਬੱਤਰ ਹਾਲਾਤ ਹੋ ਜਾਣੇ। ਹੁਣੇ ਮੇਰੀ ਨਿਊਯਾਰਕ ਦੇ ਵਿੱਚ ਇੱਕ ਮੇਰੇ ਦੋਸਤ ਦੇ ਨਾਲ ਗੱਲ ਹੋ ਰਹੀ ਸੀ। ਉਹ ਦੱਸ ਰਿਹਾ ਸੀ, ਕਹਿੰਦਾ ਵੀ 2 ਹਫ਼ਤੇ ਪਹਿਲਾਂ ਇੱਕ ਉੱਥੇ ਪਾਰਟੀ ਸੀਗੀ ਆਪਣੇ ਹੀ ਜਿਹੜੇ ਕਿਸੇ ਪੰਜਾਬੀ ਭਾਈਚਾਰੇ ਦੀ 150-200 ਬੰਦਾ ਸੀ। ਉਹਨਾਂ ਦੇ ਵਿੱਚੋਂ ਕਈ ਲੋਕਾਂ ਨੂੰ ਕਰੋਨਾ ਵਾਇਰਸ ਜਿਹੜਾ ਉਹ ਹੋ ਗਿਆ ਆ। ਇੰਨੀ ਤੇਜ਼ ਰਫ਼ਤਾਰੀ ਦੇ ਨਾਲ ਉਹ ਫੈਲਿਆ ਆ ਅਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਜਿਹੜੇ ਕਈ ਉਹਨਾਂ ਦੇ ਵਿੱਚੋਂ 1-2 ਜਾਣਿਆਂ ਦੀ ਉਸ ਦੇ ਕਰਕੇ ਕਰੋਨਾ ਵਾਇਰਸ ਦੇ ਕਰਕੇ ਮੌਤ ਵੀ ਹੋ ਗਈ ਆ। ਜਿਸ ਪਰਿਵਾਰ ਦੇ ਵਿੱਚ ਇਹ ਪਾਰਟੀ ਸੀਗੀ ਉਹਨਾਂ ਪਰਿਵਾਰ ਦੇ ਜੀਆਂ ਨੂੰ ਕਈਆਂ ਨੂੰ ਜਿਹੜਾ ਕਰੋਨਾ ਵਾਇਰਸ ਦੀ ਜਿਹੜੀ ਰਿਪੋਰਟ ਆ ਉਹ ਦੱਸੀ ਜਾ ਰਹੀ ਆ। ਇਹ ਤਾਂ ਸਾਨੂੰ ਪਤਾ ਹੈ ਕਿਉਂਕਿ ਉਸ ਜਿਸ ਦੇ ਨਾਲ ਮੈਂ ਗੱਲ ਕੀਤੀ ਉਹਨਾਂ ਦਾ ਜਿਹੜਾ ਇੱਕ ਰਿਸ਼ਤੇਦਾਰ ਆ ਉਸ ਪਾਰਟੀ 'ਚ ਗਿਆ ਸੀ ਜਿੱਥੋਂ ਉਹਨਾਂ ਨੇ ਇਹ ਜਿਹੜੀ ਖਬਰ ਜਿਹੜੀ ਆਪਾਂ ਨੂੰ ਇਹ ਦੱਸੀ ਆ।
ਸੋ ਇਹ ਧਿਆਨ ਰੱਖਣ ਦੀ ਜ਼ਰੂਰਤ ਆ। ਅਜੇ ਵੀ ਜੇ ਕੋਈ ਸੋਚ ਰਹੇ ਆ ਵੀ ਆਪਾਂ ਹੁਣ ਜੇ ਲੋਕਡਾਊਨ ਆ, ਸ਼ੈਲਟਰ ਇਨ ਪਲੇਸ ਆ, ਅਤੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਪਾਰਟੀ ਵਗੈਰਾ ਕਰ ਲੈਂਦੇ ਆ, ਭਾਈ ਕਿਰਪਾ ਕਰਕੇ ਪਰਹੇਜ਼ ਕਰੋ। ਆਪਣੇ ਆਪਾਂ ਜਿੱਦਾਂ ਸਵੇਰੇ ਵੀ ਹਰ ਵਾਰੀ ਦੱਸਦੇ ਹਾਂ, ਇਹ ਵਾਇਰਸ ਦੇ ਪੈਰ ਤਾਂ ਨਹੀਂ ਹੈਗੇ, ਆਪਾਂ ਹੀ ਜਿਹੜੇ ਉਸ ਦੇ ਪੈਰ ਬਣ ਕੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਉਸ ਨੂੰ ਪਹੁੰਚਾਉਂਦੇ ਆ। ਨਾ ਜਿੱਥੇ ਜ਼ਰੂਰਤ ਨਹੀਂ ਹੈਗੀ ਜਾਣ ਦੀ ਉੱਥੇ ਜਿਹੜਾ ਉਹ ਨਾ ਜਾਓ, ਉੱਥੋਂ ਜਿਹੜਾ ਆਪਾਂ ਵਾਇਰਸ ਜ਼ਰੂਰੀ ਆ ਘਰਾਂ ਦੇ ਵਿੱਚ ਜਿਹੜਾ ਉਹ ਲੈ ਕੇ ਆਉਣਾ ਆ। ਸੋ ਕਿਰਪਾ ਕਰਕੇ ਇਸ ਨੂੰ ਸਮਝੋ। ਇਹ ਮੌਤ ਦਾ ਬਿਗਲ ਰੋਜ਼ ਜਿਹੜਾ ਇਹ ਵੱਜ ਰਿਹਾ ਆ, ਅਤੇ ਅੱਜ ਦਾ ਦਿਨ ਬਹੁਤ ਭਿਆਨਕ ਆ। ਆਂਕੜਿਆਂ ਦੇ ਮੁਤਾਬਕ ਅਮਰੀਕਾ ਦੇ ਲਈ ਤਕਰੀਬਨ 25,000 ਨਵੀਂ ਕੇਸ, 700 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਅੱਜ ਇੱਕ ਦਿਨ ਦੇ ਵਿੱਚ ਉਹ ਦੱਸੀਆਂ ਗਈਆਂ ਨੇ। ਬਿਲਕੁਲ, ਜਿਸ ਤਰ੍ਹਾਂ ਇੱਕ ਭਾਈ ਸਾਹਿਬ ਨੇ ਕਿਹਾ ਸੀ ਵੀ ਮੈਨੂੰ ਘਰ ਭੇਜ ਦਿੱਤਾ ਹੈ, ਮੈਂ ਇੱਕ ਆਰਟੀਕਲ ਜਿਹੜਾ ਨਿਊਯਾਰਕ ਟਾਈਮ ਦਾ ਪੜ੍ਹ ਰਿਹਾ, ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਾਕਟਰਸ ਆ ਉਹ ਇੰਨੇ ਸਟ੍ਰੈਸ ਆਊਟ ਹੋਏ ਆ ਹੁਣ, ਉਹ ਕਹਿੰਦੇ ਪਈ ਸਾਨੂੰ ਸੋਚਣਾ ਪੈਂਦਾ ਵੀ ਕਿਹੜੇ ਬੰਦੇ ਨੂੰ ਰੱਖੀਏ ਅਤੇ ਕਿਹੜੇ ਬੰਦੇ ਨੂੰ ਬਚਾਈਏ, ਮੌਤ ਦੇ ਘਾਟ ਜਾਣ ਦਈਏ। ਸੋ ਜਿਹੜਾ ਉਹਨਾਂ ਨੂੰ ਘਰ ਭੇਜਿਆ ਗਿਆ ਆ, ਉਹ ਮੈਂ ਦੇਖਦਾ ਇੱਕ ਰਿਪੋਰਟ 'ਚ ਉਹਨੇ ਇਹ ਲਿਖਿਆ ਵੀ ਜਿਹੜੇ ਲੋਕਾਂ 'ਚ ਕਰੋਨਾ ਵਾਇਰਸ ਪੋਜ਼ੀਟਿਵ ਹੈਗਾ ਪਰ ਫੀਵਰ ਹੈ ਨਹੀਂ ਉਹਨਾਂ ਨੂੰ, ਵੀ ਜਿੱਦਾਂ ਅਰਲੀ ਸਟੇਜ 'ਚ ਆ ਜਾਂ ਬਹੁਤ ਮਨਿਊਟ ਆ, ਕਿਉਂ ਕਰੋਨਾ ਵਾਇਰਸ ਦਾ ਇਹ ਆ ਵੀ ਅੱਜ ਡਾਕਟਰ ਫੌਸੀ ਨੇ ਇਹ ਵੀ ਕਿਹਾ ਵੀ 1/4 25% ਲੋਕਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਕੋਲ ਕਰੋਨਾ ਵਾਇਰਸ ਹੈਗਾ ਜਾਂ ਨਹੀਂ, ਸਿੰਪਟਮ ਹੀ ਹੈ ਨਹੀਂ। ਸੋ ਇਸ ਕਰਕੇ ਮੋਸਟ ਪ੍ਰੋਬਬਲੀ ਉਹਨਾਂ ਨੂੰ ਇਸ ਕਰਕੇ ਘਰ ਭੇਜ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਫੀਵਰ ਨਹੀਂ ਹੋਣਾ, ਅਰਲੀ ਸਟੇਜ ਆ। ਸੋ ਉਹ ਕਹਿੰਦੇ ਵੀ ਇੰਨਾ ਜ਼ਿਆਦਾ ਉੱਥੇ ਰਸ਼ ਆ। ICU ਕਹਿੰਦੇ ਵੀ ਇੱਕ ਨਵਾਂ ਖੋਲ੍ਹਦੇ ਆ, ਜਦੋਂ ਹੀ ਖੋਲ੍ਹਿਆ ਅੱਜ ਇੱਕ ਨਰਸ ਪ੍ਰੈਕਟੀਸ਼ਨਰ ਸੀ, ਉਹਦੀ ਇੰਟਰਵਿਊ ਚੱਲ ਰਹੀ ਸੀ, ਕਹਿੰਦੀ ਵੀ ਅਸੀਂ ਸਵੇਰੇ ਹੀ ਉਹ ਖੋਲ੍ਹਿਆ, ਵਿਦਿਨ ਆਵਰ 'ਚ ਹੀ ਉਹ ਜਿੰਨੇ ਬੈੱਡ ਭਰ ਗਿਆ। ਫਿਰ ਨੈਕਸਟ ਅਸੀਂ ਪਤਾ ਨਹੀਂ 8ਵਾਂ ਜਾਂ 9ਵਾਂ ICU ਇੱਕ ਹੌਸਪੀਟਲ 'ਚ ਖੋਲ੍ਹਣ ਜਾ ਰਹੇ ਹਾਂ। ਸੋ ਬਹੁਤ ਹੀ ਜਿਹੜੀ ਬੁਰੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਇੱਕ ਵਾਰੀ ਫੇਰ ਭਾਈ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਹੈਗੇ ਆ ਜਾਂ ਤੁਹਾਡੇ ਗੁਆਂਢੀ ਵੀ ਆ, ਜੇ ਤੁਹਾਨੂੰ ਲੱਗਦਾ ਵੀ ਇਕੱਠੇ ਤੁਰੇ, ਉਹਨਾਂ ਨੂੰ ਬੇਨਤੀ ਕਰੋ ਹੱਥ ਜੋੜ ਕੇ, ਭਾਈ ਅਲੱਗ-ਅਲੱਗ ਦੂਰ ਚੱਲੋ, ਸੋਸ਼ਲ ਡਿਸਟੈਂਸ ਬਣਾਈ ਰੱਖੋ। ਸੋ ਜਿਹੜਾ ਵਾਈਟ ਹਾਊਸ ਨੇ ਕਿਹਾ ਸੋਸ਼ਲ ਡਿਸਟੈਂਸ ਵਾਲਾ, ਉਹਦੇ ਕਰਕੇ ਜਿਹੜੇ ਫਿਗਰਸ ਆ ਇਹ ਘਟ ਸਕਦੇ ਆ, ਨਹੀਂ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਮੌਤਾਂ ਹੋਣੀਆਂ। ਆਪਾਂ ਦੇਖਦੇ ਹਾਂ ਵੀ ਹੁਣ ਦੇਖੋ ਉਹਨਾਂ ਨੇ ਫਰੀਜ਼ਰ ਲਾ ਦਿੱਤੇ ਹਸਪਤਾਲ ਦੇ ਬਾਅਦ, ਜਿਹੜੇ ਟਰੱਕਾਂ ਵਾਲੇ ਆ, ਜਿਹਦੇ ਵਿੱਚ ਉਹ ਬੋਡੀਆਂ ਰੱਖ ਰਹੇ ਆ, ਕਿਉਂਕਿ ਹੁਣ ਫਿਊਨਰਲ ਵੀ ਨਹੀਂ ਹੋ ਰਿਹਾ, ਫਿਊਨਰਲ 'ਤੇ ਜਾ ਨਹੀਂ ਸਕਦੇ। ਸੋ ਬਹੁਤ ਹੀ ਜਿਹੜੀ ਗ੍ਰਿਮ ਸਿਚੁਏਸ਼ਨ ਇਹ ਬਣੀ ਹੋਈ ਹੈਗੀ ਆ ਜੀ। ਬਿਲਕੁਲ, ਇੱਕ ਜਣੇ ਫੇਸਬੁੱਕ ਦੇ ਉੱਤੇ ਲਿਖ ਰਿਹਾ, ਕਹਿੰਦੇ ਵੀ ਉਹਨਾਂ ਦੇ ਇੱਕ ਜਿਹੜੇ ਆ ਨੈਫਿਊ ਦੀ ਜਿਹੜੀ ਫਰੈਂਡ ਆ, ਉਹਨਾਂ ਦੀ ਡੈਟਰੋਇਟ ਦੇ ਵਿੱਚ ਕਹਿੰਦੇ ਵਾਈਫ ਉਹ ਪ੍ਰੈਗਨੈਂਟ ਆ, ਅਤੇ ਉਹਨੂੰ ਪੋਜ਼ੀਟਿਵ ਪਾਇਆ ਗਿਆ ਅਤੇ ਡਾਕਟਰ ਨੇ ਉਹਨਾਂ ਨੂੰ ਘਰ ਘੱਲ ਦਿੱਤਾ ਆ। ਸੋ ਇਹ ਇੱਥੋਂ ਇਹ ਜਿਹੜਾ ਇਹ ਪਤਾ ਲੱਗਦਾ ਆ ਵੀ ਜਿਹੜੇ ਹਸਪਤਾਲਾਂ ਦੇ ਵਿੱਚ ਉਹਨਾਂ ਹੀ ਲੋਕਾਂ ਨੂੰ ਰੱਖਿਆ ਜਾ ਰਿਹਾ ਆ ਜਿਨ੍ਹਾਂ ਦੇ ਸਿੰਪਟਮ ਬਹੁਤ ਹੀ ਜ਼ਿਆਦਾ ਗੰਭੀਰ ਨੇ, ਜਿਹੜੇ ਇੱਕ ਹਿਸਾਬ ਦੇ ਨਾਲ ਕਾਫੀ ਸਟੇਜਾਂ ਇੱਕ ਹਿਸਾਬ ਨਾਲ ਪਾਰ ਕਰ ਚੁੱਕੇ ਹੋਏ ਨੇ। ਸੋ ਇੱਕ ਚੀਜ਼ ਜਿਹੜੀ ਆ ਨਾ, ਇਹ ਬਲੰਟਲੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆ, ਇਹ ਹੁਣ ਕਿਸੇ ਨੂੰ ਗੁੱਸਾ ਲੱਗੇ, ਕਿਸੇ ਨੂੰ ਮਾੜਾ ਲੱਗੇ, ਜਿਹੜੇ ਕੋਈ ਮੰਨਦੇ ਨਹੀਂ ਆ ਨਾ, ਖਾਸ ਕਰਕੇ ਵੀ ਚੱਲ ਸਾਨੂੰ ਜਿਹੜਾ ਕੁਛ ਨਹੀਂ ਹੋਣਾ, ਉਹਨਾਂ ਨੂੰ ਇਹ ਚੀਜ਼ ਸਮਝਾਓ, ਰੱਬ ਨਾ ਕਰੇ ਤੁਹਾਨੂੰ ਕੁਛ ਹੋ ਗਿਆ, ਤੁਹਾਡਾ ਪਰਿਵਾਰ ਦਾ ਜੀਅ ਲਾਗੇ ਨਹੀਂ ਆਉਣਾ ਜੀ, ਨਾ ਉਹਨਾਂ ਨੇ ਆਉਣ ਦੇਣਾ ਆ ਬਾਅਦ ਦੇ ਵਿੱਚ, ਤੇ ਨਾ ਕੁਛ ਉਹਨਾਂ ਨੇ ਲਾਗੇ ਆਉਣ ਦੇਣਾ। ਤੇ ਬਾਅਦ ਦੇ ਵਿੱਚ ਜੇ ਰੱਬ ਨਾ ਕਰੇ ਕੁਛ ਹੋਰ ਅਣਹੋਣੀ ਹੋ ਗਈ ਤਾਂ ਫਿਰ ਇਕੱਲਿਆਂ ਨੂੰ ਹੀ ਉਹਨਾਂ ਨੇ ਪਰੇ ਜਿਹੜਾ ਕਰਕੇ ਸਿੱਟ ਦੇਣਾ, ਬੋਡੀ ਤੱਕ ਨਹੀਂ ਪਰਿਵਾਰ ਨੂੰ, ਕਈਆਂ ਨੂੰ ਜਿਹੜੀ ਉਹ ਮਿਲ ਰਹੀ। ਇੱਦਾਂ ਦੀਆਂ ਖਬਰਾਂ ਵੀ ਆ ਰਹੀਆਂ ਆ। ਇਟਲੀ 'ਚ ਆਪਾਂ ਦੇਖਿਆ ਹੀ ਆ, ਉਹ ਕਹਿੰਦੇ ਵੀ ਭਾਈ ਰੱਬ ਦਾ ਹੀ ਵਾਸਤਾ ਹੀ, ਆਪਣੇ ਪਰਿਵਾਰਾਂ ਦਾ ਹੀ ਜਿਹੜਾ ਉਹ ਸੋਚ ਲਓ। ਇਹ ਕੋਈ ਹਾਸੇ ਵਾਲੀ, ਕੋਈ ਖੇਡ ਵਾਲੀ ਜਿਹੜੀ ਗੱਲ ਨਹੀਂ ਆ। ਪਰਿਵਾਰਾਂ ਦੇ ਪਰਿਵਾਰ ਐਵੇਂ ਰੁਲ ਜਾਣੇ ਆ। ਅਖੀਰਲੇ ਮੌਕੇ ਦੇ ਉੱਤੇ ਬਹੁਤ ਲੋਕ ਤੜਫ ਰਹੇ ਨੇ, ਪਰਿਵਾਰ ਤੜਫ ਰਹੇ ਨੇ ਵੀ ਅਖੀਰਲੇ ਮੂਮੈਂਟ ਦੇ ਵਿੱਚ ਉਹਨਾਂ ਦੇ ਨਾਲ ਕੋਈ ਆ ਨਹੀਂ ਸਕਦਾ, ਅਤੇ ਨਾ ਹੀ ਉਹਨਾਂ ਦੇ ਜਿਹੜੇ ਜੀ ਆ ਉਹਨਾਂ ਦੇ ਕੋਲ ਉਹ ਜਾ ਸਕਦੇ ਆ। ਭਾਈ ਰੱਬ ਦਾ ਵਾਸਤਾ ਹੀ ਇਸ ਨੂੰ ਸਮਝੋ, ਅਕਲ ਨੂੰ ਖੋਲ੍ਹੋ, ਦਿਮਾਗ ਤੋਂ ਪਰਦਾ ਲਾਓ, ਇਸ ਨੂੰ ਸੀਰੀਅਸਲੀ ਜਿਹੜਾ ਲਓ। ਇਹ ਨਾ ਸੋਚੀ ਜਾਓ ਵੀ ਸਾਨੂੰ ਕੁਛ ਨਹੀਂ ਹੋ ਜਾਣਾ, ਵੀ ਠੀਕ ਆ ਤੁਸੀਂ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰਨ ਦੇ ਲਈ ਜੋ ਕੁਛ ਖਾਣਾ ਪੀਣਾ ਖਾਈ ਚੱਲੋ ਨਾਲ ਚੱਲ, ਪਰ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਨਹੀਂ ਰੱਖਾਂਗੇ, ਸੋਸ਼ਲ ਡਿਸਟੈਂਸਿੰਗ ਨੂੰ, ਅਤੇ ਉਹ ਹਾਈਜੀਨ ਦਾ ਜਿਹੜਾ ਪ੍ਰੋਪਰ ਧਿਆਨ ਨਹੀਂ ਰੱਖਾਂਗੇ, ਤਾਂ ਉਹ ਬਹੁਤ ਹੀ ਬੱਤਰ ਜਿਹੜਾ ਉਹ ਹਾਲਾਤ ਬਣ ਜਾਣੇ ਆ। ਬਹੁਤ ਸਾਰੇ ਕਹਿੰਦੇ ਵੀ ਕਾਹਤੇ ਨਹੀਂ, ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਵਾਇਲੇਸ਼ਨ ਹੋ ਰਹੀ ਹੈਗੀ ਆ, ਉਹ ਰਿਪੋਰਟ ਕਰੋ, ਪੁਲਿਸ ਨੂੰ ਰਿਪੋਰਟ ਕਰੋ, ਆਪਣੇ ਇਲੈਕਟਡ ਆਫੀਸ਼ੀਅਲ ਨੂੰ ਰਿਪੋਰਟ ਕਰੋ ਤਾਂ ਕਿ ਉਹ ਐਕਸ਼ਨ ਲੈਣ। ਸੋ ਜਿਹੜੀ ਸਿਚੁਏਸ਼ਨ ਆ ਰਾਜਕਨਵੀਰ ਸਿੰਘ ਜੀ, ਆਪਾਂ ਤਾਂ ਕਈ ਵਾਰ ਦੱਸਣ ਤੋਂ ਵੀ ਘਬਰਾਉਂਦੇ ਵੀ ਬਹੁਤ ਮਾੜੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਸੋ ਸਰੋਤਿਆਂ ਅੱਗੇ ਤਾਂ ਆਪਾਂ ਬੇਨਤੀ ਕਰ ਸਕਦੇ ਹਾਂ, ਜਿਸ ਤਰ੍ਹਾਂ ਹੁਣ ਬੇ ਏਰੀਆ ਵਾਲਿਆਂ ਨੇ ਜਿਹੜੇ ਆ ਸਾਡੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਸਟੇ ਐਟ ਹੋਮ ਜਿਹੜਾ ਐਕਸਟੈਂਡ ਕਰਤਾ, ਉਹਨੀ ਗਾਈਡਲਾਈਨ ਕੁਛ ਇਸ਼ੂ ਕੀਤੀਆਂ, ਉਹ ਗਾਈਡਲਾਈਨ ਨੂੰ ਫੋਲੋ ਕਰੋ। ਜੇ ਨਹੀਂ ਫੋਲੋ ਕਰਦਾ ਪੁਲਿਸ ਨੂੰ ਰਿਪੋਰਟ ਕਰੋ। ਅਤੇ ਉਹਨਾਂ ਨੇ ਕਿਹਾ ਵੀ ਪਲੇਗਰਾਊਂਡ, ਡੌਗ ਪਾਰਕ ਅਤੇ ਪਬਲਿਕ ਪਿਕਨਿਕ ਏਰੀਆ ਯੂਜ਼ ਕਰ ਸਕਦੇ ਹਾਂ, ਪਰ 6 ਫੁੱਟ ਦੀ ਦੂਰੀ ਤੋਂ ਹੋ।
ਉੱਥੇ ਕੋਈ ਵੀ 5-7 ਬੰਦੇ ਇਕੱਠੇ ਨਹੀਂ ਹੋਣੇ ਚਾਹੀਦੇ। ਅਤੇ ਇਸੇ ਤਰ੍ਹਾਂ ਕਹਿੰਦੇ ਆ ਵੀ ਕੰਸਟਰਕਸ਼ਨ 'ਤੇ ਵੀ ਉਹਨਾਂ ਨੇ ਬੰਦ ਕੀਤਾ ਹੈਗਾ ਵੀ ਕੰਸਟਰਕਸ਼ਨ ਨਹੀਂ ਹੋ ਸਕਦੀ। ਪਲੇਇੰਗ ਸਪੋਰਟਸ ਵੇਅਰ ਵਾਲ ਇਜ਼ ਸ਼ੇਅਰਡ ਵਿਦ ਅਦਰਸ ਆਊਟਸਾਈਡ ਆਫ ਯੂਰ ਹਾਊਸ, ਜਿੱਦਾਂ ਬਾਸਕਟਬਾਲ ਵਗੈਰਾ, ਕਿਉਂਕਿ ਉਹ ਨਾ ਖੇਡੋ ਭਾਈ ਜੀ। ਕੋਈ ਵੀ ਜਿਹੜਾ ਫਿਊਨਲ ਹੋ ਰਿਹਾ ਉੱਥੇ ਕਹਿੰਦੇ ਵੀ 10 ਤੋਂ ਵੱਧ ਜਿਹੜੇ ਬੰਦੇ ਨਹੀਂ ਜਾ ਸਕਦੇ ਹੈਗੇ। ਅਤੇ ਜਿਹੜਾ ਕੋਈ ਪਬਲਿਕ ਰਿਕ੍ਰੀਏਸ਼ਨਲ ਫੈਸਿਲਿਟੀਜ਼ ਲਾਈਕ ਗੋਲਫ ਕੋਰਸਿਸ, ਪੂਲਸ ਯੂਜ਼ ਕਰਦਾ, ਉਹ ਟੋਟਲੀ ਜਿਹੜਾ ਉਹਨੂੰ ਬੰਦ ਕੀਤਾ ਗਿਆ ਹੈਗਾ ਜੀ। ਐਲ ਗਲੋਬ ਦੇ ਦੱਸ ਰਿਹਾ ਸੀਗਾ ਕੋਈ ਸਾਡਾ ਸਰੋਤਾ ਜਿਹੜਾ ਫੇਸਬੁੱਕ 'ਤੇ, ਕਹਿੰਦੇ ਵੀ ਉੱਥੇ ਲੋਕ ਜਿਹੜੇ ਇਕੱਠੇ ਹੋ ਕੇ ਖੇਡਣ ਦੇ ਸੀਗੇ। ਪਤਾ ਨਹੀਂ ਲੋਕਾਂ ਦੇ ਅਕਲ ਦੇ ਵਿੱਚ ਕਿਉਂ ਨਹੀਂ ਖਾਨੇ 'ਚ ਜਿਹੜੀ ਉਹ ਗੱਲ ਇਹ ਪੈ ਰਹੀ ਵੀ ਇਸ ਦਾ ਇਲਾਜ ਨਹੀਂ ਹੈਗਾ ਭਾਈ। ਇਹ ਜਾਣ ਬੁੱਝ ਕੇ ਮੌਤ ਨੂੰ ਮਾਸੀ ਆਖਣ ਵਾਲੀ ਗੱਲ ਆ ਵੀ ਘਰੇ ਉਹਨੂੰ ਜੱਫੀਆਂ ਪਾ ਕੇ ਲਿਆਉਣ ਵਾਲੀ ਗੱਲ ਆਪਾਂ ਕਰ ਰਹੇ ਹਾਂ। ਉਸ ਦਿਨ ਆਪਾਂ ਡਾਕਟਰ ਕੰਗ ਦੇ ਨਾਲ ਗੱਲ ਕੀਤੀ ਸੀ, ਉਹ ਦੱਸ ਰਹੇ ਸੀ, ਕਹਿੰਦੇ ਮੈਂ ਆਪਣੇ ਮਾਤਾ ਜੀ ਨੂੰ ਇਸ ਲਈ ਨਹੀਂ ਮਿਲਦਾ ਵੀ ਮੈਨੂੰ ਡਰ ਆ ਵੀ ਕਿਤੇ, ਕਿਉਂਕਿ ਉਹ ਡਾਕਟਰ ਨੇ, ਫਰੰਟ ਲਾਈਨ ਦੇ ਉੱਤੇ ਨੇ, ਉਹ ਸਾਰੇ ਮਰੀਜ਼ਾਂ ਨੂੰ ਜਿਹੜਾ ਆਉਂਦੇ ਜਾਂਦੇ ਦੇਖਦੇ ਨੇ ਵੀ ਉਹ ਵੀ ਤਾਂ ਨਹੀਂ ਜਾਂਦੇ ਵੀ ਕਿਤੇ ਮੈਂ ਹੀ ਉਹਨਾਂ ਨੂੰ ਜਿਹੜਾ ਉਹ ਬਿਮਾਰ ਨਾ ਕਰ ਦੇਵਾਂ। ਸੋ ਅਜਿਹੇ ਮੌਕਿਆਂ ਦੇ ਉੱਤੇ ਆਪਾਂ ਨੂੰ ਜਿਹੜੀ ਉਹ ਦੂਰੀ ਬਣਾਉਣੀ ਪੈਣੀ। ਨੋ ਡਾਊਟ ਇਹ ਦਿਮਾਗੀ ਤੌਰ ਦੇ ਉੱਤੇ ਅਤੇ ਮਨ ਦੇ ਉੱਤੇ ਬੜਾ ਭਾਰਾ ਸਮਾਂ ਆ। ਇਹ ਕੋਈ ਇਸ ਦੇ ਵਿੱਚ ਕਹਿਣ ਵਾਲੀ ਗੱਲ ਨਹੀਂ, ਕੋਈ ਇਸ ਦੇ ਵਿੱਚ ਦੋ ਰਾਵਾਂ ਨਹੀਂ ਆ, ਪਰ ਆਪਾਂ ਨੂੰ ਇਹ ਕੌੜਾ ਘੁੱਟ ਆਪਣੀ ਤੇ ਇਨਸਾਨੀਅਤ ਦੀ ਜਿਹੜੀ ਆ ਉਹ ਕਹਿ ਲਓ ਵੀ ਭਲਾਈ ਵਾਸਤੇ ਇਹ ਭਰਨਾ ਹੀ ਪੈਣਾ ਹੈਗਾ। ਸੋ ਬਿਲਕੁਲ ਜਿਹੜੀਆਂ ਵਾਈਟ ਹਾਊਸ ਵੱਲੋਂ ਰਾਜਕਨਵੀਰ ਸਿੰਘ ਜੀ ਗਾਈਡਲਾਈਨਸ ਇਸ਼ੂ ਕੀਤੀਆਂ ਆ, ਉਹ ਇੱਕ ਵਾਰੀ ਫੇਰ ਆਪਾਂ ਸਰੋਤਿਆਂ ਨਾਲ ਸਾਂਝੀਆਂ ਕਰ ਦਿੰਦੇ ਹਾਂ, ਕਿਉਂਕਿ ਬਹੁਤ ਸਾਰੇ ਸਰੋਤੇ ਜਿਹੜੇ ਕਈ ਇੰਟਰਨੈਟ 'ਤੇ ਨਹੀਂ ਜਾਂਦੇ ਜਾਂ ਫੇਸਬੁੱਕ 'ਤੇ ਨਹੀਂ ਜਾਂਦੇ ਜਾਂ ਵੈਬਸਾਈਟ 'ਤੇ ਨਹੀਂ ਜਾਂਦੇ। ਸੋ ਉਹ ਪਲੀਜ਼ ਜਿੰਨੇ ਵੀ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਹੈਗੀਆਂ ਸਟੇਟ ਅਤੇ ਲੋਕਲ ਅਥਾਰਟੀਜ਼ ਨੂੰ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਕੋਈ ਬੰਦਾ ਇਫ ਯੂ ਫੀਲ ਸਿਕ ਸਟੇ ਹੋਮ, ਡੋਂਟ ਗੋ ਟੂ ਵਰਕ, ਕੰਟੈਕਟ ਯੂਰ ਮੈਡੀਕਲ ਪ੍ਰੋਵਾਈਡਰ। ਜੇ ਤੁਸੀਂ ਬਿਮਾਰ ਆ, ਇਹ ਨਹੀਂ ਵੀ ਕਰੋਨਾ ਕਰਕੇ ਕਿਸੇ ਤਰ੍ਹਾਂ ਵੀ ਬਿਮਾਰ ਆ, ਕੰਮ 'ਤੇ ਨਾ ਜਾਓ ਅਤੇ ਘਰ ਰਹੋ ਅਤੇ ਆਪਣੇ ਡਾਕਟਰ ਨੂੰ ਕੰਟੈਕਟ ਕਰੋ। ਅਤੇ ਦੂਸਰਾ ਹੈਗਾ ਇਫ ਯੂਰ ਚਿਲਡਰਨ ਆਰ ਸਿਕ ਕੀਪ ਦੈਮ ਐਟ ਹੋਮ, ਡੋਂਟ ਸੈਂਡ ਦੈਮ ਟੂ ਸਕੂਲ। ਸੋ ਸਕੂਲ ਤਾਂ ਮੋਸਟਲੀ ਬੰਦੇ ਹੀ ਆ, ਸੋ ਉਹ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਉਹ ਕਹਿੰਦੇ ਵੀ ਇਫ ਸਮਵਨ ਇਨ ਯੂਰ ਹਾਊਸ ਹੋਲਡ ਹੈਜ਼ ਟੈਸਟਡ ਪੋਜ਼ੀਟਿਵ ਫॉर ਕੋਰੋਨਾ ਵਾਇਰਸ, ਕੀਪ ਦਾ ਐਂਟਾਇਰ ਹਾਊਸ ਹੋਲਡ ਐਟ ਹੋਮ, ਡੋਂਟ ਗੋ ਟੂ ਵਰਕ, ਡੋਂਟ ਗੋ ਟੂ ਸਕੂਲ। ਸੋ ਜੇ ਕੋਈ ਹੈਗਾ ਘਰ 'ਚ ਅਤੇ ਸਾਰਾ ਹੀ ਘਰ ਵਾਲੇ ਘਰ ਹੀ ਰਹਿਣ, ਵੱਖ-ਵੱਖ ਰੂਮਾਂ 'ਚ ਰਹਿਣ, ਜੋ ਵੀ ਜਿੱਦਾਂ ਡਿਸਟੈਂਸ ਰੱਖ ਸਕਦੇ ਹੈਗੇ ਆ ਜੀ। ਅਤੇ ਜੇ ਤੁਹਾਡੇ ਘਰ 'ਚ ਕੋਈ ਵੀ ਜਿਹੜਾ ਬਜ਼ੁਰਗ ਬੰਦਾ ਆ, ਓਲਡਰ ਬੰਦਾ, ਉਹਨੂੰ ਕਹੋ ਵੀ ਘਰ 'ਚ ਰਹੋ, ਘਰ ਤੋਂ ਬਾਹਰ ਤਾਂ ਨਿਕਲਣਾ ਹੀ ਨਹੀਂ ਹੈ। ਇਹ ਉਹਨਾਂ ਨੇ ਡਾਇਰੈਕਟਿਵ ਇਸ਼ੂ ਕੀਤਾ ਹੈਗਾ। ਅਤੇ ਜੇ ਕਹਿੰਦੇ ਵੀ ਕੋਈ ਬੰਦਾ ਜਿਹੜਾ ਸੀਰੀਅਸ ਅੰਡਰਲਾਈੰਗ ਹੈਲਥ ਕੰਡੀਸ਼ਨ 'ਚ ਹੈਗਾ ਆ ਅਤੇ ਇਨਕਰੀਜ਼ ਰਿਸਕ ਹੈਗਾ ਆ, ਅਤੇ ਉਹਦੇ 'ਚ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਪ੍ਰੋਬਲਮ ਆ, ਕੋਈ ਲੰਗ ਦੀ ਜਾਂ ਹਾਰਟ ਫੰਕਸ਼ਨ ਦੀ, ਜਿਹਦਾ ਇਮਿਊਨ ਸਿਸਟਮ ਬੈਡ ਆ, ਕੋਈ ਕਿਸੇ ਤਰ੍ਹਾਂ ਵੀ ਰਿਹਾ ਹੋਵੇ, ਉਹਨੂੰ ਵੀ ਘਰ 'ਚ ਹੀ ਰਹਿਣਾ ਆ, ਉਹਨੂੰ ਘਰੋਂ ਬਾਹਰ ਨਹੀਂ ਜਾਣਾ ਹੈਗਾ। ਸੋ ਇਹ ਬਹੁਤ ਜ਼ਰੂਰੀ ਹੈਗਾ ਆ। ਅਤੇ ਅਵਾਇਡ ਸੋਸ਼ਲ ਗੈਦਰਿੰਗ, 10 ਤੋਂ ਵੱਧ ਕਿਤੇ ਵੀ ਬੰਦੇ ਇਕੱਠੇ ਨਹੀਂ ਹੋਣੇ ਚਾਹੀਦੇ। ਇਹ ਹੁਣ ਵਾਈਟ ਹਾਊਸ ਦਾ ਡਾਇਰੈਕਟਿਵ ਆ, ਹੁਣ ਲਾਗੂ ਕਰਨ ਤਾਂ ਉਹ ਆਣੋ ਰਹੇ, ਸੋ ਲਾਗੂ ਆਪਾਂ ਨੇ ਕਰਵਾਉਣਾ ਆ, ਆਪ ਹੀ ਸਮਝਣਾ ਆ, ਆਪ ਹੀ ਇਸ ਨੂੰ ਜਿਹੜਾ ਮੰਨਣਾ। ਨਹੀਂ ਮੰਨਾਂਗੇ ਤਾਂ ਫਿਰ ਤਾਂ ਭਾਈ ਬਦਹਾਲੀ ਆਪਣੀ ਹੋਈ ਹੋਆ, ਕਿਸੇ ਦੀ ਨਹੀਂ ਆ। ਈਗੋ ਦੇ ਨਾਲ ਕਮਰੇ ਭਰ ਲਓ, ਜੋ ਮਰਜ਼ੀ ਈਗੋ ਜਿਹੜੀ ਆ ਉਸ ਨੂੰ ਭਾਈ ਥੋੜ੍ਹੀ ਨਿਮਰਤਾ ਲਿਆਓ ਆਪਣੇ ਵਿੱਚ। ਹਾਂ ਜਿਹੜੀਆਂ ਬਾਅਦ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਕਈ ਜਿਹੜੇ ਕਹਿ ਆਪਾਂ ਤਾਂ ਇੱਦਾਂ ਸੀ, ਆਪਾਂ ਤਾਂ ਉੱਦਾਂ ਸੀ, ਭਾਈ ਉਹਦਾ ਕੀ ਤੁਸੀਂ ਪੱਟ ਲਿਆ ਅਤੇ ਕੀ ਤੁਸੀਂ ਕੁਛ ਕਰ ਲਿਆ, ਕੁਛ ਮਿਲਣਾ ਹੈ ਉਸ ਚੀਜ਼ ਦੇ ਵਿੱਚ। ਉਹ ਇਹ ਗੱਲ ਜਿਹੜੀ ਉਹ ਕਹਿ ਕੇ ਉੱਦਾਂ ਹੀ ਕਹੀ ਜਾਓ, ਇੱਕ ਦੂਜੇ ਨੂੰ ਉੱਦਾਂ ਹੀ ਮਨ ਖੁਸ਼ ਕਰ ਲਓ ਵੀ ਹਾਂਜੀ ਜੀ ਇੱਦਾਂ ਆ ਅਤੇ ਉੱਦਾਂ ਆ ਭਾਈ। ਪਰ ਇਹ ਆ ਵੀ ਧਿਆਨ ਦੇ ਨਾਲ ਕਿਰਪਾ ਕਰਕੇ ਭਾਈ ਇਸ ਨੂੰ ਸਮਝੋ। ਜੇ ਹੁਣ ਤਾਂ ਨਿਆਣਿਆਂ ਨੂੰ ਕਹੋ ਭਾਈ ਖੇਡੋ ਵੀਡੀਓ ਗੇਮਾਂ, ਖੇਡੀ ਜਾਓ, ਹੁਣ ਘਰਾਂ ਦੇ ਵਿੱਚ ਬੈਠੇ, ਬਾਹਰ ਨਾ ਜਾਓ, ਨਾ ਖੇਡੋ। ਹੁਣ ਹਾਲ ਦੀ ਘੜੀ ਨਾ ਦੂਜਿਆਂ ਦੇ ਇਨ ਟੱਚ ਜਿਹੜਾ ਰਹੋ, ਬੱਚਿਆਂ ਨੂੰ ਕਹੋ ਖੇਡ ਲਓ ਵੀਡੀਓ ਗੇਮਾਂ, ਐਟਲੀਸਟ ਜਿਹੜੇ ਸੁਰੱਖਿਅਤ ਜਿਹੜੇ ਉਹ ਰਹਿਣਗੇ। ਵੀ ਇਹ ਬਾਅਦ ਦੇ ਵਿੱਚ ਐਵੇਂ ਕੋਈ ਨਿਆਣਾ ਆ ਉਹ ਬਾਹਰੋਂ ਖੇਡਦਾ ਕਿਸੇ ਤੋਂ ਜਿਹੜਾ ਉਹ ਲੈ ਕੇ ਆਊਗਾ ਘਰੇ ਬਜ਼ੁਰਗ ਨੇ, ਉਹਨਾਂ ਨੂੰ ਜਿਹੜੀ ਉਹ ਵਿਪਤਾ ਪਊਗੀ। ਆਪਾਂ ਆਲਰੇਡੀ ਕਿੰਨਿਆਂ ਦੀਆਂ ਜਿਹੜੀਆਂ ਉਹਨਾਂ ਨੇ ਸਟੋਰੀਆਂ ਜਿਹੜੀਆਂ ਦੱਸ ਰਹੇ ਨੇ ਲੋਕ ਵੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਹੀ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਸੋ ਬਿਲਕੁਲ ਰਾਜਕਰਨ ਜੀ, ਉਹਦੇ 'ਚ ਥੋੜ੍ਹੇ ਜਿਹੇ ਹੋਰ ਜਿਹੜੇ ਡਾਇਰੈਕਟਿਵ ਆ ਉਹ ਮੈਂ ਸਰੋਤਿਆਂ ਨਾਲ ਸਾਂਝੀ ਕਰਦਾ ਜਾਵਾਂ। ਉਹ ਕਹਿੰਦੇ ਆ ਵੀ ਜੇ ਤੁਸੀਂ ਕ੍ਰਿਟੀਕਲ ਇਨਫਰਾਸਟਰਕਚਰ ਇੰਡਸਟਰੀ 'ਚ ਕੰਮ ਕਰਦੇ ਹੈਗੇ ਆ ਅਤੇ ਕਿਸੇ ਵੀ ਜਿੱਦਾਂ ਮੰਨ ਲਓ ਵੀ ਹੈਲਥ ਕੇਅਰ ਸਰਵਿਸਿਜ਼, ਫਾਰਮਾਸਿਊਟੀਕਲ, ਫੂਡ ਸਪਲਾਈ 'ਚ, ਅਤੇ ਜਿਹੜੀ ਪੂਰਾ ਉੱਥੇ ਜਿਹੜਾ ਆ ਧਿਆਨ ਰੱਖਿਆ ਜਾਵੇ। ਅਤੇ ਜਿਹੜਾ ਕਿਤੇ ਵੀ ਫੂਡ ਲੈਣਾ ਆ ਕਿਤੇ ਬੈਠ ਕੇ ਨਾ ਖਾਓ, ਓਨਲੀ ਡਰਾਈਵ ਥਰੂ ਆ, ਪਿਕਅਪ ਜਾਂ ਡਿਲੀਵਰੀ ਆਪਸ਼ਨ ਹੋਣੀ ਚਾਹੀਦੀ ਆ। ਕੋਈ ਅਵਾਇਡ ਡਿਸਕ੍ਰਿਸ਼ਨਰੀ ਟਰੈਵਲ, ਸ਼ਾਪਿੰਗ ਟ੍ਰਿਪਸ ਔਰ ਸੋਸ਼ਲ ਵਿਜ਼ਿਟ, ਇੱਦਾਂ ਦੀ ਕਿਤੇ ਨਹੀਂ ਘੁੰਮਣ ਫਿਰ ਜਾਣਾ ਹੈਗਾ। ਸੋ ਬਾਕੀ ਗੁੱਡ ਹਾਈਜੀਨ ਦਾ ਤਾਂ ਆਪਾਂ ਬਹੁਤ ਵਾਰ ਦੱਸਦੇ ਰਹੇ ਹਾਂ ਵੀ ਆਪਣੇ ਹੱਥ ਧੋ, ਮੂੰਹ ਨੂੰ ਹੱਥ ਨਾ ਲਾਓ, ਫੇਸ ਨੂੰ ਨਾ ਲਾਓ। ਜੇ ਤੁਹਾਨੂੰ ਕਾਫ ਆਉਂਦੀ ਆ ਤਾਂ ਟਿਸ਼ੂ ਯੂਜ਼ ਕਰੋ,
ਤੇ ਡਿਸਇਨਫੈਕਟ ਕਰੋ ਜਿਹੜੀਆਂ ਵੀ ਆਈਟਮਸ ਜਿੱਥੇ ਜੀ ਬਿਲਕੁਲ। ਜੇ ਤੁਹਾਨੂੰ ਮਾਸਕ ਜਿਹੜੇ ਉਹ ਨਹੀਂ ਮਿਲ ਰਹੇ ਤੁਹਾਨੂੰ, ਕਿਉਂਕਿ ਐਲਰਜੀਜ਼ ਦਾ ਸੀਜ਼ਨ ਆ, ਹੋਰ ਕੁਝ ਵੀ ਨਾਲ ਆ, ਛਿੱਕਾਂ ਵੀ ਲੋਕਾਂ ਨੂੰ ਕਈਆਂ ਨੂੰ ਜਿਹੜੀਆਂ ਆਉਂਦੀਆਂ, ਹੋਮਮੇਡ ਡਬਲ ਟ੍ਰਿਪਲ ਜਿਹੜਾ ਕੱਪੜਾ ਆ ਉਹ ਕਰਕੇ ਜਿਹੜਾ ਉਹ ਬਣਾ ਲਓ, ਕੁਛ ਇੱਦਾਂ ਦਾ ਕਰ ਲਓ, ਸਾਫਾ ਸੂਫਾ ਮੂੰਹ ਦੇ ਉੱਤੇ ਜਿਹੜਾ ਦੂਰਾ ਤੀਰਾ ਕਰਕੇ ਜਿਹੜਾ ਉਹ ਬੰਦ ਰੱਖੋ। ਜਿੰਨਾ ਬਚਾਅ ਕਰ ਸਕਦੇ, ਜਿਸ ਤਰੀਕੇ ਦੇ ਨਾਲ ਕਰ ਸਕਦੇ ਆ ਓਨਾ ਹੀ ਜਿਹੜਾ ਬਚਾਅ ਕਰਨੋਂ ਬਾਰ-ਬਾਰ ਜਿਹੜੇ ਹੈਂਡਲਸ ਹੁੰਦੇ, ਨੌਬਸ ਹੁੰਦੀਆਂ, ਉਹਨਾਂ ਨੂੰ ਡਿਸਇਨਫੈਕਟ ਜਿਹੜਾ ਉਹ ਕਰਦੇ ਰਿਹਾ ਕਰੋ ਜਦੋਂ ਵੀ ਤੁਸੀਂ ਆਉਂਦੇ ਜਾਂਦੇ ਆ। ਜਿੱਦਾਂ ਆਪਾਂ ਨੂੰ ਡਾਕਟਰ ਜਿਹੜੇ ਨਿੱਜਰ ਉਦੋਂ ਦੱਸ ਰਹੇ ਸੀ, ਕਹਿੰਦੇ ਵੀ ਜਿਹੜਾ ਆਪਣਾ ਲੈਸ ਪ੍ਰੋਮੀਨੈਂਟ ਹੈਂਡ ਆ ਉਸ ਦੇ ਨਾਲ ਦਰਵਾਜ਼ੇ ਦਰਵਾਜ਼ੇ ਜਿਹੜਾ ਉਹ ਖੋਲ੍ਹੋ, ਉਹ ਆਦਤ ਪਾਓ ਅਤੇ ਘੱਟ ਤੋਂ ਘੱਟ ਮੂੰਹ ਵਗੈਰਾ ਨੂੰ ਜਿਹੜਾ ਉਹ ਆਪਣਾ ਟੱਚ ਜਿਹੜਾ ਉਹ ਕੀਤਾ ਜਾਵੇ। ਸੋ ਇਹ ਜ਼ਰੂਰ ਇਹ ਆਪਾਂ ਹੀ ਜਿਹੜਾ ਇਸ ਨੂੰ ਜਿਹੜਾ ਉਹ ਕਰਨਾ ਹੈਗਾ ਆ। ਸੋ ਹਰਜੋਤ ਸਿੰਘ ਜੀ, ਜੇ ਆਪਾਂ ਜਿਹੜੀ ਹੋਰ ਵੀ ਆਪਾਂ ਗੱਲਾਂ ਬਾਤਾਂ ਦੇ ਵਿੱਚ ਜੇ ਕਰਦੇ ਜਾਈਏ, ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਤਕਰੀਬਨ ਇਕੋਨਮੀ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਜਿਹੜਾ ਉਹ ਰਹਿਣਾ ਹੀ ਸੀਗਾ, ਆਪਾਂ ਜਾਣਦੇ ਸੀਗੇ। ਸੋ 400 ਪੁਆਇੰਟ ਓਵਰਆਲ ਜਿਹੜੀ ਆ ਮਾਰਕੀਟ ਆ ਉਹ ਡਿੱਗੀ ਆ, ਬੰਦ ਹੋਈ ਆ, ਤਕਰੀਬਨ 0.25% ਜਿਹੜੀ ਉਹ ਡਿੱਗ ਕੇ ਬੰਦ ਹੋਈ ਆ। ਸੋ ਡਾਓ ਫਿਊਚਰ ਵੀ ਜਿਹੜਾ ਕਹਿੰਦੇ ਆ ਵੀ ਉਹ ਕਾਫੀ ਜ਼ਿਆਦਾ ਜਿਹੜਾ ਉਹ ਡਿੱਗ ਰਿਹਾ ਹੈਗਾ ਆ, ਅਤੇ ਸਿਚੁਏਸ਼ਨ ਜਿਹੜੀ ਉੱਥੇ ਵੀ ਜਿਹੜੀ ਉਹ ਬੈਡ ਹੋ ਸਕਦੀ ਹੈਗੀ। ਕਹਿੰਦੇ ਅਕਤੂਬਰ 2008 ਤੋਂ ਬਾਅਦ ਦੇ ਵਿੱਚ ਜਿਹੜਾ ਸਭ ਤੋਂ ਬੈਡ ਸਿਚੁਏਸ਼ਨ ਨੇ ਮਾਰਕੀਟ ਦੀ ਜਿਹੜੀ ਉੱਥੇ ਦੱਸੀ ਜਾ ਰਹੀ ਆ। ਅਤੇ ਕਹਿੰਦੇ ਵੀ ਆਪਣੇ 130-40 ਸਾਲ ਦੇ ਇਤਿਹਾਸ ਦੇ ਵਿੱਚ ਸਟਾਕ ਮਾਰਕੀਟ ਦੇ ਵਿੱਚ ਫਸਟ ਕੁਆਰਟਰ ਸਭ ਤੋਂ ਭੈੜਾ ਜਿਹੜਾ ਇਹ ਰਿਹਾ ਆ ਪੂਰੇ ਆਪਣੇ ਹੁਣ ਤੱਕ ਦੀ ਸਟਾਕ ਮਾਰਕੀਟ ਦੀ ਜਿਹੜੀ ਉਹ ਹਿਸਟਰੀ ਦੇ ਵਿੱਚ। ਸੋ ਇਹ ਕੁਛ ਚੰਗਾ ਪੁਆਇੰਟ ਜਿਹੜਾ ਆਪਾਂ ਨੂੰ ਜਿਹੜਾ ਉਹ ਨਹੀਂ ਨਜ਼ਰ ਆ ਰਿਹਾ ਹੈਗਾ। ਸੋ ਅਗਲਾ ਜਿਹੜੇ ਆਪਣੇ ਬਹੁਤ ਸਾਰੇ ਭੈਣ ਭਰਾ NRI ਜਿਹੜੇ ਇੰਡੀਆ 'ਚ ਫਸੇ ਹੋਏ ਹੈਗੇ ਆ, ਉਹਨਾਂ ਨੂੰ ਬਾਰ-ਬਾਰ ਆਪਾਂ ਦੱਸਦੇ ਹਾਂ, ਜੇ ਉਹਨਾਂ ਦੇ ਇੱਥੇ ਰਿਸ਼ਤੇਦਾਰ, ਸੋ US ਜਿਹੜੇ ਸਿਟੀਜ਼ਨ ਜਾਂ ਉਹਨਾਂ ਦੇ ਰਿਲੇਟਿਵ ਗ੍ਰੀਨ ਕਾਰਡ ਹੋਲਡਰਸ ਹੈਗੇ ਆ, ਉਹ ਸਟੈਪ ਪ੍ਰੋਗਰਾਮ ਜਿਹੜਾ ਉਹਦੇ 'ਚ ਰਜਿਸਟਰ ਕਰੋ। ਫੇਸਬੁੱਕ ਪੰਜਾਬੀ ਰੇਡੀਓ US ਦੀ ਜਿਹੜੀ ਉਹ 'ਤੇ ਆਪਾਂ ਸ਼ੇਅਰ ਕੀਤਾ। ਸਿੰਪਲੀ ਆ ਵੈਸੇ ਵੈਬਸਾਈਟ step.state.gov ਜੀ, step.state.gov ਇੱਥੇ ਜਾ ਕੇ ਐਨਰੋਲ ਕਰੋ। ਜਿਹੜੇ ਸਿਟੀਜ਼ਨ ਆ ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ LPR ਵੀ ਜਿਹੜੇ ਉਹ ਹੈਗੇ ਨੇ ਉਹ ਵੀ ਕਰ ਸਕਦੇ। ਉਹ ਤੋਂ ਬਾਅਦ ਇੱਕ ਫਾਰਮ ਭਰਨਾ ਪੈਣਾ ਤੇ ਉਹ ਤੁਹਾਨੂੰ ਫਿਰ ਇਮੀਡੀਏਟਲੀ ਕੰਟੈਕਟ ਕਰੂਗੇ ਕਦੇ ਫਲਾਈਟਾਂ ਆਉਣੀਆਂ ਆ। ਤੇ ਕੈਨੇਡਾ ਤੋਂ ਜਿਹੜੀਆਂ ਫਲਾਈਟਾਂ ਆਉਣੀਆਂ ਸ਼ੁਰੂ ਹੋ ਗਈਆਂ ਹੈਗੀਆਂ ਆਲਰੇਡੀ, ਕਹਿੰਦੇ 6 ਫਲਾਈਟਾਂ ਕੈਨੇਡਾ ਤੋਂ ਦਿੱਲੀ ਆ ਰਹੀਆਂ, ਜਿਹੜੇ ਕੈਨੇਡੀਅਨ ਜਲਦ ਆ ਰਹੀਆਂ ਨੇ। ਅਸੀਂ ਉਹਨਾਂ ਨੇ $2900 ਚਾਰਜ ਕੀਤਾ। ਹੁਣ ਲੋਕ ਰੌਲਾ ਤਾਂ ਪਾਉਂਦੇ ਆ, ਪਰ ਦੇयर इज नो ਚੁਆਇਸ, ਕਿਉਂਕਿ ਹੁਣ ਫਲਾਈਟਾਂ ਵੀ ਨਹੀਂ ਵਾਲੀਆਂ ਆਉਂਦੀਆਂ। ਪਰ ਮੁੱਦਾ ਜ਼ਰੂਰ ਉਠਾਉਣਾ ਚਾਹੀਦਾ। ਹਾਂ ਚਲੋ ਕੋਈ ਨਹੀਂ, ਹੁਣ ਜਿਹੜੇ ਬੁਰੇ ਹਾਲਾਤਾਂ 'ਚ ਫਸੇ ਆ ਤੁਸੀਂ ਦੇ ਕੇ ਆ ਜਾਓ, ਪਰ ਮੁੱਦਾ ਚੱਕੋ। ਆਪਣੇ ਬਹੁਤ ਸਾਰੇ ਉੱਥੇ ਲੋਕਲ ਤੁਹਾਡੇ ਦੇਸੀ ਜਿਨ੍ਹਾਂ ਨੂੰ ਕਹਿੰਦੇ ਆ ਵੀ MP ਜਿਹੜੇ ਉਹ ਹੈਗੇ ਨੇ ਵੱਖ-ਵੱਖ ਜਿਹੜੇ ਸੂਬਿਆਂ ਦੇ ਵਿੱਚ, ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ, ਉਹਨਾਂ ਦੇ ਨਾਲ ਗੱਲ ਕਰੋ ਵੀ ਕੀ ਗੱਲ, ਜਦੋਂ ਚਾਈਨਾ ਤੋਂ ਕੱਢਣੇ ਸੀਗੇ ਕੈਨੇਡੀਅਨਸ ਉਹਨਾਂ ਨੂੰ ਤੁਸੀਂ ਜਿਹੜਾ ਮੁਫਤ ਦੇ ਵਿੱਚ ਜਿਹੜਾ ਲੈ ਆਂਦਾ, ਤੇ ਹੁਣ ਕੀ ਇੰਡੀਆ ਤੋਂ ਕੱਢਣ ਲੱਗਿਆ ਅਸੀਂ ਕਿ ਦੂਜੇ ਦਰਜੇ ਦੇ ਥੋੜ੍ਹੀ ਨਾਗਰਿਕ ਆ ਵੀ ਉਹਨਾਂ ਨੂੰ ਵੀ ਜਿਹੜਾ ਬਰਾਬਰ ਦੀ ਇਸ ਤਰੀਕੇ ਦੀ ਸਹੂਲਤ ਹੋਵੇ ਤੇ ਜਾਂ ਜੈਨੂਇਨ ਹੋਵੇ। ਪਾਣੀ ਦੀ ਕੀਮਤ, ਆਟੇ ਦੀ ਕੀਮਤ ਜਿਹੜੀ ਵੱਧ ਹੁੰਦੀ ਤੇ ਲੋਕ ਝੱਟ ਜਿਹੜੀ ਆ ਉਹ ਸ਼ਿਕਾਇਤਾਂ ਕਰ ਦਿੰਦੇ ਵੀ ਪ੍ਰਾਈਸ ਗਾਊਜਿੰਗ ਆ। ਤੇ ਹੁਣ 에ਅਰਲਾਈਨ ਦੀਆਂ ਕਹਿੰਦੇ ਵੀ ਟਿਕਟਾਂ ਕਿੰਨੀਆਂ ਮਹਿੰਗੀਆਂ ਕਰਕੇ ਜਿਹੜੀਆਂ ਉਹ ਦੇ ਰਹੇ ਨੇ। ਇਸ ਕਰਕੇ ਆ ਨੋ ਡਾਊਟ ਜਦੋਂ ਚਾਰਟਰ ਪਲੇਨ ਹਰਜੋਤ ਸਿੰਘ ਜੀ ਕਰਦੇ ਉਹ ਐਕਸਪੈਂਸਿਵ ਵੀ ਜਿਹੜੇ ਉਹ ਹੁੰਦੇ ਆ, ਪਰ ਆਪਣੀ ਸ਼ਿਕਾਇਤ ਦਰਜ ਕਰਾਉਣੀ ਜਿਹੜਾ ਤੁਹਾਡਾ ਫਰਜ਼ ਹੈਗਾ। ਡੈਫੀਨੇਟਲੀ ਤੁਹਾਨੂੰ ਜਿਹੜੀ ਉਹ ਕਰਾਉਣੀ ਚਾਹੀਦੀ ਵੀ ਹੈਗੀ ਆ। ਹਾਲ ਦੀ ਘੜੀ ਸਭ ਨੂੰ ਹੀ ਪਤਾ ਵੀ ਅਜੇ ਬਚ ਕੇ ਜਿਹੜਾ ਨਿਕਲ ਦੇ ਲਈ ਪਹੁੰਚਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹਨਾਂ ਦੀ ਹੈਗੀ ਆ ਵੀ ਇੱਕ ਵਾਰੀ ਆਪਾਂ ਇੱਥੇ ਵਾਪਸ ਵਤਨ ਜਿਹੜਾ ਉਹ ਆਪਣੇ ਪਰਤ ਆਈਏ। ਜੀ ਅਗਲੀ ਜਿਹੜੀ ਸੀ ਵੀ ਆਪਾਂ ਅੱਜ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਜਿਹੜਾ $1200 ਵਾਲੇ ਚੈੱਕ ਆਣੇ ਹੈਗੇ ਆ, ਉਹਦੇ 'ਚ ਕੀ ਆ ਵੀ ਜੇ ਤੁਹਾਡਾ ਨਹੀਂ ਵੀ ਬੈਂਕ ਅਕਾਊਂਟ ਤੇ ਉਹ ਚੈੱਕ ਮੇਲ ਕਰ ਦੇਣਗੇ। ਪਰ ਕਨਫਿਊਜ਼ਨ ਜ਼ਰੂਰ IRS ਨੇ ਕਰਤਾ, ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਆ, 45 ਮਿਲੀਅਨ USA ਦੇ ਵਿੱਚ ਰਿਟਾਇਰਡ ਵਰਕਰਸ ਆ ਜਿਹੜੇ ਟੈਕਸ ਨਹੀਂ ਫਾਈਲ ਕਰਦੇ, ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਆਉਂਦੀ ਆ। ਸੋ ਉਹਨਾਂ ਨੂੰ ਇੱਕ 1 ਪੇਜ ਦਾ ਫਾਰਮ ਜਿਹੜਾ ਹੈ ਉਹ ਮੇਬੀ ਆਨਲਾਈਨ ਭਰਨਾ ਪਊਗਾ। ਅਜੇ ਉਹਨਾਂ ਨੇ ਕਰਨਾ ਆ ਇਸ਼ੂ, ਅਜੇ ਉਹ ਇਸ਼ੂ ਕਰਨਾ। ਸੋ ਬਾਲੀ ਵੱਡੀ ਨਹੀਂ ਗੱਲ ਹੈਗੀ। ਸੋ ਤੁਸੀਂ ਫਾਈਲ ਕਰ ਸਕਦੇ ਹੈਗੇ, ਟੈਕਸ ਵਾਲੇ ਨੂੰ ਕਾਲ ਕਰ ਸਕਦੇ ਆ, ਜਾਂ ਕੋਈ ਤੁਹਾਡਾ ਜਿਹੜਾ ਰਿਸ਼ਤੇਦਾਰ ਵੀ ਹੋਇਆ ਜਾਂ ਕੁਝ ਵੀ, ਤੇ ਉਹ ਬੈਂਕ ਅਕਾਊਂਟ ਹੋਊਗਾ ਉਹ ਤੁਹਾਡੇ 'ਚ ਜਮ੍ਹਾਂ ਕਰਾ ਦੇਣਗੇ। ਜਿਨ੍ਹਾਂ ਕੋਲ ਨਹੀਂ ਉਹਨਾਂ ਨੂੰ ਚੈੱਕ ਆ ਜਾਊਗਾ। ਇਹ ਆਪਾਂ ਕਰੈਕਟ ਕਰ ਦਈਏ ਜੀ, ਬਿਲਕੁਲ ਉਸ ਦੇ ਵਿੱਚ ਇਹ ਐਡੀਸ਼ਨ ਕਰ ਦਈਏ। ਉਹ ਕਹਿੰਦੇ ਵੀ ਉੱਦਾਂ ਅਸੀਂ ਵੈਬਸਾਈਟ ਕਰ ਰਹੇ ਹਾਂ ਅਜੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਟੈਕਸ ਭਰਦੇ ਨੇ ਉਹ ਆਪਣਾ ਬੈਂਕ ਅਕਾਊਂਟ ਉਸ ਦੇ ਵਿੱਚ ਦਿੰਦੇ ਨਹੀਂ ਆ। ਉਹ ਚੈੱਕ ਨੂੰ ਹੀ ਪ੍ਰੈਫਰ ਕਰਦੇ ਨੇ ਵੀ ਉਹਨਾਂ ਦੇ ਕੋਲ ਚੈੱਕ ਹੀ ਆਵੇ, ਜਿਹੜਾ ਫੈਡਰਲ ਤੇ ਸਟੇਟ ਲੈਵਲ ਦਾ ਵੀ ਜਿਹੜਾ ਉਹਨਾਂ ਨੂੰ ਜਿਹੜਾ ਵੀ ਟੈਕਸ ਰਿਟਰਨ ਬਣਦਾ ਆ। ਕਹਿੰਦੇ ਵੀ ਉਹਨਾਂ ਨੂੰ ਅਸੀਂ ਆਪਸ਼ਨ ਜ਼ਰੂਰ ਦੇਵਾਂਗੇ ਕਿ ਜਿਹੜੀ ਵੈਬਸਾਈਟ ਬਣਾ ਕੇ ਵੀ ਜੇ ਤੁਸੀਂ ਆਪਣੀ ਬੈਂਕਿੰਗ ਇਨਫੋਰਮੇਸ਼ਨ ਉਸ ਦੇ ਵਿੱਚ ਦੇ ਦੂੰਗੇ ਤਾਂ ਅਸੀਂ ਤੁਹਾਨੂੰ ਡਾਇਰੈਕਟ ਡਿਪੋਜ਼ਿਟ ਦੇ ਦਾਂਗੇ ਤੇ ਤੁਹਾਡੇ ਕੋਲ ਜਲਦੀ ਜਿਹੜੇ ਡਾਲਰ ਆ ਉਹ ਪਹੁੰਚ ਜਾਣਗੇ। ਤੇ ਜਿਹੜੇ ਸੀਨੀਅਰਸ ਵਾਸਤੇ ਉਹਨਾਂ ਨੇ ਇੱਕ ਵੱਖਰਾ ਜਿਹੜਾ ਉਹ ਫਾਰਮ ਬਣਾਉਣਾ ਹੈ ਸਿੰਪਲ ਟੈਕਸ ਰਿਟਰਨ ਦੇ ਲਈ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 40 ਮਿਲੀਅਨ ਤੋਂ ਵੱਧ ਜਿਹੜੇ ਤਕਰੀਬਨ ਸੀਨੀਅਰ ਸਿਟੀਜ਼ਨ ਹੈਗੇ ਨੇ ਜਿਹੜੇ ਟੈਕਸ ਜਿਹੜੇ ਨਹੀਂ ਭਰਦੇ ਵੀ ਉਹਦੇ ਨਾਲ ਭਰ ਦੇਣਗੇ, ਤੇ ਉਹਨਾਂ ਨੂੰ ਵੀ ਸਟਿਮੂਲਸ ਪੈਕੇਜ ਦੇ ਵਿੱਚ
ਉਹਨਾਂ ਦਾ ਨਾਮ ਜਿਹੜਾ ਉਹ ਆ ਜਾਊਗਾ। ਤੇ ਬਾਅਦ ਦੇ ਵਿੱਚ ਜੇ ਤਾਂ ਵੀ ਤੁਹਾਡੇ ਕੋਲ ਬੈਂਕ ਅਕਾਊਂਟ ਨਹੀਂ ਹੈਗਾ, ਜੇ ਤਾਂ ਵੀ ਕੋਈ ਗੱਲ ਨਹੀਂ, ਤੁਹਾਨੂੰ ਉਹਨਾਂ ਨੇ ਜੇ ਟੈਕਸ ਤੁਸੀਂ ਰਿਟਰਨ ਭਰਿਆ ਆ ਤਾਂ ਜਿਹੜੇ ਵੀ ਐਡਰੈਸ ਦੇ ਹਿਸਾਬ ਦੇ ਨਾਲ ਤੁਸੀਂ ਟੈਕਸ ਰਿਟਰਨ ਭਰਿਆ ਤੁਹਾਨੂੰ ਉੱਥੇ ਜਿਹੜਾ ਫਿਰ ਉਹ ਚੈੱਕ ਕਰ ਦੇਣਗੇ। ਉਹਦੇ ਵਿੱਚ ਇਹ ਆ ਵੀ ਹਾਂ ਥੋੜ੍ਹਾ ਜਿਹਾ ਟਾਈਮ ਜਿਹੜਾ ਐਕਸਟਰਾ ਜਿਹੜਾ ਤੁਹਾਨੂੰ ਲੱਗ ਸਕਦਾ ਹੈ ਚੈੱਕ ਆਉਣ ਦੇ ਵਿੱਚ। ਇਨ ਐਨੀ ਕੇਸ ਉਹ 3 ਹਫ਼ਤੇ ਤੋਂ ਜਿਹੜਾ ਘੱਟੋ ਘੱਟ ਦਾ ਸਮਾਂ ਜਿਹੜਾ ਉਹ ਕਹਿ ਰਹੇ ਆ ਵੀ ਇਹ ਸਾਰੇ ਨੂੰ ਸੈਟਅਪ ਕਰਦਿਆਂ ਨੂੰ, ਤੇ ਉਹ ਤੁਹਾਡੇ ਤੱਕ ਘੱਲਣ ਦੇ ਲਈ ਜਿਹੜਾ ਉਹ ਲੱਗ ਸਕਦਾ ਹੈਗਾ ਆ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਤੁਸੀਂ ਜ਼ਰੂਰ ਧਿਆਨ ਦਿਓ ਜੀ। ਸੋ ਬਿਲਕੁਲ ਸਾਰੇ ਜਿੰਨੇ ਵੀ ਸਾਡੇ ਸਰੋਤੇ ਉਹਨਾਂ ਦੇ ਨਾਮ ਲੈਣੇ ਤਾਂ ਬਹੁਤ ਲੰਮੇ ਹੋਊਗੇ, ਮੁਸ਼ਕਿਲ ਸਾਰੇ ਵੀ ਜਿੰਨੇ ਕਮੈਂਟ ਕਰ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਆਪਾਂ ਜ਼ਰੂਰ ਧਿਆਨ ਰੱਖੀਏ, ਘੱਟੋ ਘੱਟ ਸੋਸ਼ਲ ਡਿਸਟੈਂਸ ਵਾਲਾ, ਬਿਨਾਂ ਕਿਸੇ ਜ਼ਰੂਰਤ ਤੋਂ ਘਰੋਂ ਬਾਹਰ ਨਾ ਨਿਕਲੀਏ। ਆਪਾਂ ਅਰਦਾਸ ਤਾਂ ਸਾਰਿਆਂ ਨੇ ਕਰਨੀ ਆ ਸਰਬੱਤ ਦੇ ਭਲੇ ਲਈ, ਹਰ ਇੱਕ ਲਈ ਪਰਮਾਤਮਾ ਜਿਹੜਾ ਆ ਇਸ ਬਿਮਾਰੀ ਤੋਂ ਛੇਤੀ ਜਿਹੜਾ ਛੁਟਕਾਰਾ ਪਾਵੇ। ਜੋ ਵੀ ਕਮਿਊਨਿਟੀ 'ਚ ਕੋਈ ਫਾਈਨਾਂਸ ਨੂੰ ਲੈ ਕੇ ਜਿੱਦਾਂ SBA ਲੋਨ ਦਾ ਸੀ, ਐਸ ਚੈੱਕ ਦਾ ਸੀ, ਜਿਹੜੀ ਵੀ ਕੋਈ ਅਪਡੇਟ ਆਊਗੀ ਆਪਾਂ ਤੁਹਾਡੀ ਨਾਲ ਸਾਂਝੀ ਕਰਦੇ ਰਹਾਂਗੇ। ਪਲੀਜ਼ ਬਾਅਦ 'ਚ ਫਿਰ ਕਾਲਾਂ ਬਹੁਤ ਸਾਨੂੰ ਕਰਦੇ ਹੈਗੇ ਆ ਵੀ ਜੀ ਮੈਨੂੰ ਦੋਸਤ ਤੋਂ ਪਤਾ ਲੱਗਾ। ਜਿੰਨੀਆਂ ਵੀ ਸਾਡੀਆਂ ਫੇਸਬੁੱਕ ਦੇ ਉੱਤੇ ਜਾਂ YouTube ਦੇ ਉੱਤੇ ਸਾਰੇ ਸ਼ੋਅ ਪਏ ਆ ਉਹ ਤੁਸੀਂ ਸੁਣ ਵੀ ਸਕਦੇ ਹੈਗੇ ਆ ਬਾਰ-ਬਾਰ। ਈਵਨ ਪੰਜਾਬੀ ਦੇ ਵਿੱਚ ਜਿਹੜੀ ਆ ਉਹ ਕਿਸ ਤਰ੍ਹਾਂ ਤੁਸੀਂ ਫਾਰਮ ਭਰਨੇ ਹੈਗੇ ਉਹ ਵੀ ਅਸੀਂ ਉੱਤੇ ਪਾਤੇ ਆ ਤਾਂ ਕਿ ਜਿਹੜੇ ਆਪਣੇ ਜਿੰਨੇ ਵੀ ਭੈਣ ਭਰਾ ਆ ਉਹਨਾਂ ਨੂੰ ਸੌਖਾ ਰਹੇ ਜੀ। ਅਤੇ ਕਈ ਲੋਕ ਜਿਹੜੇ ਉਹ ਪੁੱਛ ਰਹੇ ਨੇ ਵੀ ਉਹ ਵਰਕ ਪਰਮਿਟ ਵਾਲੇ ਆ ਜਿੱਦਾਂ, ਚਲੋ ਆਪਾਂ ਇੱਕ ਵਾਰੀ ਫੇਰ ਕਲੀਅਰਲੀ ਇਸ ਦੇ ਵਿੱਚ ਆਪਾਂ ਦੱਸ ਦਿੰਦੇ ਹਾਂ, ਕੋਈ ਗੱਲ ਨਹੀਂ। ਜੇ ਤੁਹਾਡਾ ਸਟੇਟਸ ਇੱਥੇ ਲੀਗਲ ਆ, ਯਾਨੀ ਕਿ ਤੁਹਾਡੇ ਕਾਗਜ਼ ਹੈਗੇ ਆ, ਤੁਹਾਡੇ ਕੋਲ ਜੇ ਵਰਕ ਪਰਮਿਟ ਆ ਉਹ ਐਕਸਪਾਇਰਡ ਨਹੀਂ ਹੋਇਆ ਉਸ ਦੀ ਮਿਆਦ ਅਜੇ ਬਾਕੀ ਆ, ਤੁਸੀਂ ਟੈਕਸ ਵਗੈਰਾ ਜਿਹੜਾ ਉਹ ਭਰਦੇ ਰਹੇ ਹੋ ਇਰਰਿਸਪੈਕਟਿਵ ਤੁਹਾਡਾ ਫਿਰ ਉਸ ਦੇ ਵਿੱਚ ਜਿਹੜਾ ਕੀ ਸਟੇਟਸ ਜਿਹੜਾ ਹੈਗਾ ਵੀ ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਤੁਸੀਂ ਕਿਸ ਹਿਸਾਬ ਦੇ ਨਾਲ ਇੱਥੇ ਜਿਹੜੇ ਉਹ ਆਏ ਸੀ ਜਾਂ ਸਿਟੀਜ਼ਨ ਹੋ, ਜਿਨ੍ਹਾਂ ਨੇ ਟੈਕਸ ਵਗੈਰਾ ਜਿਹੜਾ ਉਹ ਭਰਿਆ ਆ ਉਹਨਾਂ ਨੂੰ ਸਟਿਮੂਲਸ ਪੈਕੇਜ ਦੇ ਅਧੀਨ ਜਿਹੜਾ ਉਹ ਮਿਲ ਜਾਊਗਾ। ਸਭ ਤੋਂ ਪਹਿਲਾਂ ਕਹਿੰਦੇ ਵੀ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਹੈ ਵੀ 2019 ਦਾ ਜਿਨ੍ਹਾਂ ਨੇ ਟੈਕਸ ਭਰ ਦਿੱਤਾ ਆ ਉਹਨਾਂ ਨੂੰ ਜਿਹੜੀ ਉਹ ਪਹਿਲੋਂ ਜਿਹੜੇ ਉਹ ਦੇ ਦੇਣਗੇ, ਅਤੇ ਉਸ ਤੋਂ ਬਾਅਦ ਦੇ ਵਿੱਚ ਜੇ 2019 ਦਾ ਜੇ ਨਹੀਂ ਭਰਿਆ, ਕਿਉਂਕਿ ਇਹਨਾਂ ਨੇ 15 ਜੁਲਾਈ ਤੱਕ ਟੈਕਸ ਭਰਨ ਦੀ ਤਰੀਕ ਨੂੰ ਅੱਗੇ ਕੀਤਾ ਹੋਇਆ, ਭਰ ਸਕਦੇ ਹੋ ਡੈਫੀਨੇਟਲੀ। ਅਤੇ ਜੇ ਉਹ ਫਿਰ ਉਹਨਾਂ ਨੇ 2018 ਦਾ ਵੀ ਜਿਹੜਾ ਉਹ ਚੈੱਕ ਕਰ ਸਕਦੇ ਆ। ਸੋ ਬਿਲਕੁਲ ਕਈ ਪੁੱਛਦੇ ਆ ਸਟੈਪ ਕੰਪਨੀ ਨਹੀਂ ਭਾਈ ਸਾਹਿਬ, ਉਹ ਸਟੈਪ ਉਹਨਾਂ ਦਾ ਪ੍ਰੋਗਰਾਮ ਆ। ਸਟੇਟ ਡਿਪਾਰਟਮੈਂਟ ਤੁਸੀਂ ਕਹਿ ਲਓ ਵੀ ਫੋਰਨ ਮਿਨਿਸਟਰੀ ਜੇ ਆਪਾਂ ਭਾਰਤ ਦੇ ਨਾਲ ਤੁਲਨਾ ਜੇ ਕਰਨੀ ਹੋਵੇ। ਬਿਲਕੁਲ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਅਸੀਂ ਹੈਡਰ ਹੀ ਇਹ ਲਾਇਆ ਆ, ਉੱਥੇ ਵੈਬਸਾਈਟ ਦਾ ਐਡਰੈਸ ਵੀ ਆ, ਐਮਰਜੈਂਸੀ ਕਾਲ ਨੰਬਰ ਵੀ ਆ US ਸਟੇਟ ਡਿਪਾਰਟਮੈਂਟ ਦਾ, ਤੇ ਇੰਡੀਆ ਤੋਂ ਕਰਨ ਵਾਲਿਆਂ ਨੂੰ ਵੀ ਤੇ ਬਾਹਰੋਂ ਵੀ ਕਰਨ ਵਾਲਿਆਂ ਨੂੰ। ਸੋ ਪਲੀਜ਼ ਉਹ ਉੱਥੇ ਦੇਖ ਲਓ। ਵੈਕਸੀਨੇਸ਼ਨ ਹਜੇ ਵੀ ਜੌਨਸਨ ਕੰਪਨੀ ਟਰਾਈ ਕਰ ਰਹੀ ਆ, ਪਰ ਉਹ ਕਹਿੰਦੇ ਐਨੀਵੇਅਰ 12 ਮੰਥ ਤੋਂ ਲੈ ਕੇ 18 ਮਹੀਨੇ ਤੱਕ ਲੱਗੂਗਾ। ਅੱਜ ਦੀ ਡੇਟ 'ਚ ਵੀ ਜਿਹੜੇ ਡਾਕਟਰ ਵਰਕਸ ਜਿਹੜੇ ਸੀਗੇ ਉਹਨਾਂ ਨੇ ਕਿਹਾ ਭਈ ਸਾਡੇ ਕੋਲ ਕੋਈ ਸੋਲਿਡ ਇਲਾਜ ਨਹੀਂ ਹੈ, ਵੀ ਠੀਕ ਆ FDA ਨੇ ਉਹ ਜਿਹੜੀ ਕੁਨੀਨ ਆ ਜਾਂ ਉਹਨੂੰ ਅਪਰੂਵ ਕੀਤਾ ਹੈ, ਪਰ ਅਸੀਂ ਦੇਖਾਂਗੇ ਹਜੇ ਰਿਜ਼ਲਟਸ ਨਹੀਂ ਉਹਦੇ ਆਏ ਕਿੰਨੇ, ਜਦੋਂ ਥਾਊਜ਼ੈਂਡਸ ਆਫ ਰਿਜ਼ਲਟ ਆਊਗੇ ਫਿਰ ਉਹ ਕਹਿ ਸਕਦੇ ਆ ਵੀ ਹਾਂ ਇਸ ਦਵਾਈ ਨਾਲ ਜਿਹੜਾ ਆ ਆਰਾਮ ਆ ਰਿਹਾ ਹੈਗਾ ਜੀ। ਬਿਲਕੁਲ, ਚਾਹੇ ਜੋ ਮਰਜ਼ੀ ਲੋਕ ਕਹਿਣ ਵੀ ਬਹੁਤ ਤੇਜ਼ ਤਰਾਰ ਆ, ਸਾਰਾ ਕੁਛ ਜੋ ਮਰਜ਼ੀ ਆ, ਜਿੱਦਾਂ ਦੇ ਮਰਜ਼ੀ ਹੁਣ ਦਾਅਵੇ ਵੀ ਜਿਹੜਾ ਕੋਈ ਕਰੀ ਜਾਵੇ, ਬਿਲਕੁਲ ਨਵਾਂ ਨਕੋਰ ਵਾਇਰਸ ਆ, ਤਾਂ ਹੀ ਉਹਦਾ ਨਾਮ ਨੋਵਲ ਕਰੋਨਾ ਵਾਇਰਸ ਆ। ਨੋਵਲ ਦਾ ਮਤਲਬ ਸਾਇੰਟੀਫਿਕ ਟਰਮਸ ਦੇ ਵਿੱਚ ਹੁੰਦਾ ਨਿਊ, ਵੀ ਬਿਲਕੁਲ ਨਵੀਂ ਚੀਜ਼ ਆ, ਇਹ ਵੀ ਉੱਦਾਂ ਦਾ ਦੇਖਿਆ ਨਹੀਂ। ਕਰੋਨਾ ਵਾਇਰਸ ਇਸ ਲਈ ਆ ਵੀ ਜਦੋਂ ਸੰਨ ਦੇ ਆਲੇ ਦੁਆਲੇ ਆ ਨਾ ਕਰੋਨਾ ਦਿਸਦਾ ਵੀ ਇੱਦਾਂ ਜਿੱਦਾਂ ਰੇਜ਼ ਜਾ ਰਹੀਆਂ ਹੁੰਦੀਆਂ, ਵਾਇਰਸ ਨੂੰ ਜਦੋਂ ਮਾਈਕਰੋਸਕੋਪ ਦੇ ਵਿੱਚ ਉਹਨਾਂ ਨੇ ਦੇਖਿਆ ਤੇ ਉਹਦੇ ਵਰਗਾ ਲੱਗਦਾ, ਇਸ ਲਈ ਉਸ ਦਾ ਨਾਮ ਉਹਨਾਂ ਨੇ ਇਹ ਰੱਖਿਆ। ਇਹ ਬੜਾ ਜੈਨਰਿਕ ਨਾਮ ਆ ਨੋਵਲ ਕਰੋਨਾ ਵਾਇਰਸ, ਕਿਉਂਕਿ ਨਵੇਂ ਇਸ ਟਾਈਪ ਦੇ ਵਾਇਰਸ ਆਉਂਦੇ ਰਹਿੰਦੇ ਆ। ਸੋ ਇਸ ਲਈ ਇਸ ਦਾ ਨਾਮ ਸਾਰਿਆਂ ਨੇ ਮਿਲ ਕੇ COVID-19 ਰੱਖਿਆ ਸੀ ਵੀ 2019 ਦੇ ਵਿੱਚ ਇਸ ਦੇ ਬਾਰੇ ਜਿਹੜਾ ਆਪਾਂ ਨੂੰ ਪਤਾ ਲੱਗਾ ਸੀਗਾ। ਸੋ ਅਜੇ ਬਹੁਤ ਰੀਸੈਂਟ ਆ, ਨਵੰਬਰ-ਦਸੰਬਰ ਦੇ ਵਿੱਚ ਹਰਜੋਤ ਸਿੰਘ ਜੀ ਆਇਆ। ਸੋ ਨਵੀਆਂ ਵੈਕਸੀਨ ਨਵੀਆਂ ਚੀਜ਼ਾਂ ਜਿਹੜੀਆਂ ਆ ਉਹ ਟਰਾਈ ਕਰ ਰਹੇ ਆ। ਜਿਹੜੇ ਰਿਕਵਰ ਕਰ ਰਹੇ ਆ ਉਹਨਾਂ ਦੇ ਕੇਸਾਂ ਦੀਆਂ ਸਟੱਡੀਆਂ ਹੋਣੀਆਂ ਆ, ਅਜੇ ਕਈ ਮਹੀਨੇ ਜਿਹੜੇ ਇਸ ਚੀਜ਼ ਦੇ ਵਿੱਚ ਲੱਗਣੇ ਆ। ਸੋ ਇਸੇ ਲਈ ਜਿਹੜਾ ਸੇਫ ਡਿਸਟੈਂਸ ਜਿਹੜਾ ਬਣਾ ਕੇ ਰੱਖਣਾ, ਹਾਈਜੀਨ ਦਾ ਜਿਹੜਾ ਪ੍ਰੋਪਰ ਧਿਆਨ ਰੱਖਣਾ ਉਹ ਬਹੁਤ ਜ਼ਰੂਰੀ ਆ, ਕਿਉਂਕਿ ਕੋਈ ਵੀ ਮੁਲਕ ਨਹੀਂ ਚਾਹੁੰਦਾ ਵੀ 1918 ਵਾਲੀ ਜਿਹੜੀ ਫਲੂ ਵਾਲੀ ਪੈਂਡੈਮਿਕ ਆ ਉਹ ਮੁੜ ਕੇ ਦੁਬਾਰਾ ਹੋਵੇ, ਵੀ 50 ਮਿਲੀਅਨ ਤੋਂ ਵੱਧ ਲੋਕ ਜਿਹੜੇ ਪੂਰੇ ਵਿਸ਼ਵ ਦੇ ਵਿੱਚ ਉਹ ਮਾਰੇ ਜਾਣ। ਸੋ ਇਹ ਜਿਹੜਾ ਇਸ ਚੀਜ਼ ਤੋਂ ਬਚਾਅ ਦੇ ਲਈ ਸਾਰਿਆਂ ਨੂੰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਨੋ ਡਾਊਟ ਇਕਨੋਮੀ ਦੇ ਉੱਤੇ ਇਸ ਦਾ ਡਾਢਾ ਅਸਰ ਹੋਣਾ ਆ, ਪਰ ਜਾਨ ਹੈ ਤਾਂ ਜਹਾਨ ਹੈ। ਸੋ ਬਿਲਕੁਲ ਜੀ ਰਾਜਕਰਮੀ ਸਿੰਘ, ਚੈੱਕਾਂ ਚੁੱਕਾਂ ਦਾ ਕੋਈ ਬਾਲਾ ਨਾ ਰੱਖੋ, ਜਿੰਨੂੰ ਮਿਲਨੇ ਮਿਲ ਹੀ ਜਾਣੇ, ਐਵੇਂ ਮਰੂ ਨਹੀਂ ਕਰਨਾ। ਵੈਸੇ ਵੀ 3 ਤੋਂ 4 ਵੀਕ ਲੱਗਣੇ ਹੈਗੇ ਆ। ਸੋ 3 ਤੇ 4 ਵੀਕ ਆਪਾਂ ਕੀ ਕਰਨਾ ਆ,
ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਹੈ, ਘਰਾਂ ਤੋਂ ਬਾਹਰ ਨਹੀਂ ਨਿਕਲਣਾ ਹੈਗਾ, ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ, ਜਿਹੜੇ ਵੀ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੈਗੇ ਆ ਵੀ ਸਾਰੀ ਦੁਨੀਆ 'ਚ ਪਰਮਾਤਮਾ ਛੇਤੀ ਤੋਂ ਛੇਤੀ ਜਿਹੜੀ ਆ ਇਸ ਕਰੋਪੀ ਤੋਂ ਹਟਾਵੇ। ਸੋ ਇਹੀ ਆਪਾਂ ਕਰਨਾ ਆ, ਬਚੋ ਵਿੱਚ ਹੀ ਬਚਾਓ ਆ, ਸਭ ਤੋਂ ਜ਼ਿਆਦਾ ਇਹ ਕਰਨਾ 3 ਵੀਕ। ਸੋ ਬਾਕੀ ਕੋਈ ਪੈਸੇ ਮਰਨ ਨਹੀਂ ਲੱਗੇ ਹੈਗੇ, ਇੰਡੀਆ ਤੋਂ ਸਾਰੇ $10 ਹੀ ਲੈ ਕੇ ਆਏ ਸੀ। ਤੁਸੀਂ ਸੋਚ ਲਓ ਵੀ ਵਕੇਸ਼ਨ ਨੂੰ ਚੱਲਨੇ ਆ ਪੰਜਾਬ ਨੂੰ, ਜਦੋਂ ਤੁਸੀਂ ਵਕੇਸ਼ਨ ਨੂੰ ਪੰਜਾਬ ਨੂੰ ਜਾਂਦੇ ਉਦੋਂ ਵੀ ਕੰਮ ਛੱਡ ਕੇ ਹੀ ਜਾਂਦੇ ਆ, ਉਦੋਂ ਖਰਚਾ ਵੀ ਉੱਥੇ ਸੋਹਣਾ ਕਰਕੇ ਜਿਹੜਾ ਆਉਂਦੇ ਆ। ਬਸ ਤੁਸੀਂ ਇਹ ਸੋਚੋ ਵੀ ਹੁਣ ਪਰਿਵਾਰ ਦੇ ਨਾਲ ਘਰਾਂ ਦੇ ਵਿੱਚ ਜਿਹੜੀ ਆਪਾਂ ਵਕੇਸ਼ਨ ਜਿਹੜੀ ਉਹ ਕਰਨੀ ਆ। ਇੱਕ ਜ਼ਰੂਰ ਬੇਨਤੀ ਕਰਨੀ ਆ, ਬਹੁਤ ਸਾਰੇ ਹੁਣ ਆਪਣੇ ਭੈਣ ਭਰਾ ਜਿਹੜੇ ਹੈਗੇ ਆ ਪੂਰੇ ਵਰਲਡ ਦੇ ਵਿੱਚ ਉਹ ਸੇਵਾ ਕਰਨ ਲੱਗੇ ਹੋਏ ਹੈਗੇ ਆ, ਗੁਰੂ ਘਰਾਂ ਵਾਲੇ ਆ, ਕੋਈ ਇੰਡੀਵਿਜੂਅਲ ਵੀ ਲੱਗੇ ਹੋ ਆ, ਕੋਈ ਆਰਗੇਨਾਈਜੇਸ਼ਨਸ ਆ, ਜਿਹੜੇ ਵੀ ਸੇਵਾ ਕਰਦੇ ਭਾਈ ਬੜੇ ਧਿਆਨ ਦੇ ਨਾਲ ਜਿਹੜੇ ਸੇਫਟੀ ਦੇ ਰੂਲ ਆ ਉਹਨਾਂ ਨੂੰ ਪੂਰੇ ਆਪਣੇ ਫੇਸ ਪਾ ਕੇ ਜਿਹੜਾ ਸਮਾਨ ਵੀ ਦੇਣਾ ਆ ਟਰਾਈ ਕਰੋ, ਉੱਥੇ ਨਾ ਕੋਈ ਖਾਵੇ, ਲੈ ਕੇ ਜਾਵੋ। ਜਿੱਦਾਂ ਫਰੀਮੌਂਟ ਗੁਰੂ ਘਰ ਨੇ ਬਹੁਤ ਵਧੀਆ ਕੀਤਾ ਆ, ਉਹਨਾਂ ਨੇ ਕੀ ਕੀਤਾ ਵੀ ਸ਼ਾਮ ਨੂੰ 2:30 ਤੋਂ ਲੈ ਕੇ 5:30 ਵਜੇ ਤਾਈਂ ਜਿਹੜਾ ਸੁੱਕਾ ਰਾਸ਼ਨ ਦਿੰਦੇ ਆ। ਬਹੁਤ ਸਾਰੇ ਮਕਸੀਕੇ ਜਾਂ ਹੋਰ ਜਿਹੜੇ ਲੋਕ ਆ ਉਹ ਆਉਂਦੇ ਵੀ ਆ, ਆਟਾ ਚੌਲ ਹੋਰ ਇੱਦਾਂ ਦਾ ਸਮਾਨ, ਅਤੇ 2 ਘੰਟੇ ਦਾ ਉਹਨਾਂ ਦਾ ਲੰਗਰ ਕੋਈ ਉੱਥੇ ਛਕ ਨਹੀਂ ਸਕਦਾ, ਉਹ ਪੈਕ ਕੀਤਾ ਹੈ ਉਹਨੇ, ਅਤੇ ਉੱਥੋਂ ਆਓ ਅਤੇ ਚੱਕੋ ਅਤੇ ਤੁਰਦੇ ਬਣੋ। ਸੋ ਜਿਹੜੇ ਹੁਣ ਅੱਜ ਵੀ ਮੈਂ ਦੇਖਿਆ ਸੀ ਪਈ ਹਾਈਵੇ 99 'ਤੇ ਆਪਣੇ ਵੀਰਾਂ ਨੇ ਟਰੱਕਾਂ ਵਾਲਿਆਂ ਵਾਸਤੇ ਲੰਗਰ ਲਾਇਆ ਸੀ, ਬਹੁਤ ਵਧੀਆ ਉਹ ਪੈਕ ਕਰਕੇ ਦੇ ਰਹੇ ਸੀ। ਸੋ ਉਹ ਸੇਫਟੀ ਜ਼ਰੂਰ ਰੱਖੋ ਤਾਂ ਕਿ ਆਪਾਂ ਰੋਲ ਮਾਡਲ ਵੀ ਬਣਨਾ, ਕੱਲ੍ਹ ਨੂੰ ਇਹ ਨਾ ਹੋਵੇ ਵੀ ਸਾਡੀ ਕੋਈ ਫੋਟੋ ਖਿੱਚ ਕੇ ਜਾਂ ਕੋਈ ਉੱਦਾਂ ਦੀ ਪਾ ਦੇ ਵੀ ਦੇਖੋ ਯਾਰ ਇਹ ਤਾਂ ਆਪ ਨਹੀਂ ਫੋਲੋ ਕਰਦੇ ਹੈਗੇ ਅਤੇ ਫਿਰ ਕੀ ਕਰੂਗੇ, ਹੈ ਨਾ। ਸੋ ਪਲੀਜ਼ ਉਹ ਜ਼ਰੂਰ ਆਪਾਂ ਸੇਵਾ ਵੀ ਕਰਨੀ ਆ, ਵੱਧ ਤੋਂ ਵੱਧ ਹਰ ਇੱਕ ਨੇ ਕਰਨੀ ਆ, ਅਤੇ ਆਪਣੀ ਸੇਫਟੀ ਵੀ ਰੱਖਣੀ, ਆਪਣੀ ਵੀ ਅਤੇ ਦੂਜਿਆਂ ਦੀ, ਕਿਉਂਕਿ ਇਹ ਜਿਹੜਾ ਬਚਾਅ ਦੇ ਵਿੱਚ ਬਚਾਅ ਦਾ ਮਤਲਬ ਇਹ ਆ ਵੀ ਖੁਦ ਵੀ ਸੇਫ ਰਹੋ ਅਤੇ ਦੂਜਿਆਂ ਨੂੰ ਵੀ ਜਿਹੜਾ ਆ ਉਹ ਸੇਫ ਰੱਖਿਆ ਜਾਵੇ। ਸੋ ਇਹ ਵਾਇਰਸ ਦੇ ਬਾਰੇ ਜਿਹੜੀ ਹਰਜੋਤ ਸਿੰਘ ਦੀ ਗੱਲਬਾਤ ਇਹ ਕਰਦੇ ਰਹਿੰਦੇ ਵੀ ਏਅਰਬੋਰਨ ਹਵਾ ਦੇ ਵਿੱਚ ਹਾਂ ਕੁਛ ਪਾਰਟੀਕਲਸ ਜਿਹੜੇ ਉਹ ਰਹਿ ਜਾਂਦੇ ਆ, ਪਰ ਇਹ ਨਹੀਂ ਆ ਵੀ ਇੱਥੋਂ ਜਾ ਕੇ ਅਗਲੇ ਕਮਰੇ 'ਚ ਉਹਨੇ ਤੁਰ ਜਾਣੇ ਆ ਜਾਂ ਇੱਦਾਂ। ਜ਼ਿਆਦਾਤਰ ਜਿਹੜੇ ਛਿੱਕ ਜਾਂ ਥੁੱਕ ਦੇ ਨਾਲ ਜਦੋਂ ਬਾਹਰ ਆਉਂਦੇ ਨੇ ਤਾਂ ਉਹ ਭਾਰੇ ਜਿਹੜੇ ਪਾਰਟੀਕਲਸ ਉਹ ਡਿੱਗ ਜਾਂਦੇ ਨੇ ਥੱਲੇ, ਉਹ ਪਏ ਰਹਿੰਦੇ ਨੇ ਮੈਟਲਸ ਦੇ ਉੱਤੇ। ਸੋ ਇਸ ਲਈ ਕਹਿੰਦੇ ਆ ਵੀ ਵੱਧ ਤੋਂ ਵੱਧ ਜਿਹੜੀ ਸਫਾਈ ਰੱਖੋ, ਟਰਾਈ ਕਰੋ ਜਿਹੜੀਆਂ ਵਾਈਪਸ ਵਗੈਰਾ ਆ ਉਹਦੇ ਨਾਲ ਜਿਹੜੀਆਂ ਸਰਫਿਸਿਜ਼ ਆ ਉਹਨਾਂ ਨੂੰ ਤੁਸੀਂ ਸਾਫ਼ ਕਰਦੇ ਰਹੋ, ਉਹਦੇ ਨਾਲ ਜਿਹੜਾ ਤੁਹਾਡਾ ਬਚਾਅ ਰਹਿੰਦਾ ਆ। ਬਾਕੀ ਜਿਹਨੂੰ ਕੋਈ ਖੰਘ ਛਿੱਕ ਵਾਲਾ ਲੱਛਣ ਹੈਗੇ ਨੇ ਉਹ ਮਾਸਕ ਭਾਈ ਜਿਹੜਾ ਜ਼ਰੂਰ ਤੁਸੀਂ ਪਾ ਕੇ ਰੱਖੋ, ਰਾਦਰ ਦੈਨ ਕੁਛ ਵੀ ਨਾ ਹੋਣ ਦੇ ਨਾਲੋਂ ਕੁਛ ਵੀ ਤੁਹਾਡੇ ਮੂੰਹ ਦੇ ਉੱਤੇ ਹੋਊਗਾ ਤਾਂ ਬਚਾਅ ਜਿਹੜਾ ਆ ਅਗਲੇ ਬੰਦੇ ਦਾ ਜਿਹੜਾ ਉਸ ਦੇ ਵਿੱਚ ਹੋ ਸਕਦਾ। ਤੁਸੀਂ ਦੇਖੋ ਰਾਜਕੁਮਾਰ ਸਿੰਘ ਜੀ, ਆਪਾਂ ਕਿੰਨੇ ਖੁਸ਼ਕਿਸਮਤ ਹੈਗੇ ਆ, ਆਪਣੇ ਘਰਾਂ ਦੇ ਵਿੱਚ ਬੈਠੇ ਹੈਗੇ ਆ। ਇਸ ਵੇਲੇ ਜਿਹੜੇ ਕਰੂਜ਼ ਸ਼ਿਪ ਆ ਕਹਿੰਦੇ ਪਈ 7 ਦੇ 9 ਕਰੂਜ਼ ਸ਼ਿਪ ਹੈਗੇ ਆ ਜਿਨ੍ਹਾਂ ਨੂੰ ਕੋਈ ਵੀ ਮੁਲਕ ਆਪਣੇ ਮੁਲਕ ਦੇ ਵਿੱਚ ਲਾਗੇ ਨਹੀਂ ਆਉਣ ਦੇ ਰਿਹਾ ਹੈਗਾ। ਇੱਕ ਕਰੂਜ਼ ਸ਼ਿਪ ਦੇ ਵਿੱਚ ਤਾਂ 2 ਲੋਕ ਕਰੋਨਾ ਵਾਇਰਸ ਨਾਲ ਉਹਨਾਂ ਦੀ ਬੋਡੀਜ਼ ਪਈ ਹੈਗੀ ਆ। ਹੁਣ ਤੁਸੀਂ ਦੇਖੋ ਵੀ ਉਹਨਾਂ ਦੀ ਕੀ ਪੋਜੀਸ਼ਨ ਹੋਊਗੀ ਜਿਹੜੇ ਕਰੋਨਾ ਵਾਇਰਸ ਸ਼ਿਪ ਦੇ ਵਿੱਚ ਫਸੇ ਹੋਏ ਆ ਇੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਸੋ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੰਟਰਵੀਨ ਕੀਤਾ ਆ ਹਾਲੈਂਡ ਅਮਰੀਕਾ ਕਰੂਜ਼ ਸ਼ਿਪ ਦੇ ਲਈ ਵੀ ਉਹਨੂੰ ਜਿਹੜਾ ਫਲੋਰੀਡਾ ਦੇ ਵਿੱਚ ਡੌਕ 'ਤੇ ਲਾਇਆ ਜਾਵੇ, ਉਹ ਹੋਪਫੁਲੀ ਲੱਗ ਜਾਊਗਾ। ਪਰ ਤੁਸੀਂ ਦੇਖੋ ਉਹਨਾਂ ਦੀ ਵਿਚਾਰਿਆਂ ਦੀ ਕੰਡੀਸ਼ਨ ਕੀ ਹੋਊਗੀ। ਜੀ ਬਿਲਕੁਲ, ਹੁਣ ਭਾਈ ਬਚ ਕੇ ਜਿਹੜੇ ਆ ਜੇ ਉਹਨਾਂ ਨੂੰ, ਕਿਉਂਕਿ ਸਭ ਨੂੰ ਯਾਦ ਹੋਣਾ ਜਦੋਂ ਹਰਜੋਤ ਸਿੰਘ ਜੀ ਇੱਥੇ ਆਇਆ ਸੀਗਾ ਓਕਲੈਂਡ ਦੇ ਵਿੱਚ ਡੌਕ ਕੀਤਾ ਸੀ, ਕੁਛ ਕੁ ਜਾਣਿਆਂ ਨੂੰ ਟਰੈਵਿਸ ਏਅਰਫੀਲਡ ਦੇ ਵਿੱਚ ਜਿਹੜਾ ਲੈ ਕੇ ਗਏ ਸੀਗੇ, ਕੁਛ ਕੁ ਨੂੰ ਜਾਣ ਦਿੱਤਾ ਸੀਗਾ। ਬਾਅਦ ਦੇ ਵਿੱਚ ਜਿਹੜਾ ਮੰਡੇਰੇ ਦੇ ਵਿੱਚ ਹਰਜੋਤ ਸਿੰਘ ਦੀ ਮੌਤ ਹੋਈ ਸੀ ਉਹ ਕਰੂਜ਼ ਸ਼ਿਪ ਦੇ ਨਾਲ ਹੀ ਰਿਲੇਟਡ ਜਿਹੜੀ ਉਹ ਮੌਤ ਆਈ ਸੀਗੀ ਉਹ ਸਾਹਮਣੇ। ਸੋ ਉੱਦਾਂ ਅਜੇ ਤੱਕ ਪੂਰੇ ਜਿਹੜੇ ਆ ਹਰਜੋਤ ਸਿੰਘ ਜੀ ਅਮਰੀਕਾ ਦੇ ਵਿੱਚ ਵਾਇਓਮਿੰਗ ਹੀ ਇੱਕ ਐਸਾ ਸ਼ਹਿਰ ਆ ਜਿੱਥੇ ਰੱਬ ਦਾ ਸ਼ੁਕਰ ਆ ਵੀ ਅਜੇ ਤੱਕ ਕਿਸੇ ਦੀ ਮੌਤ ਨਹੀਂ ਹੋਈ ਉੱਥੇ ਕਰੋਨਾ ਵਾਇਰਸ ਤੇ ਜਿਹੜਾ ਉਹ ਕਰਕੇ, ਪਰ ਤਕਰੀਬਨ ਬਾਕੀ ਸਾਰੇ ਹੀ ਸੂਬਿਆਂ ਦੇ ਵਿੱਚ ਇੱਦਾਂ ਹੋਈ ਆ। ਹੈਰਿਸ ਕਾਊਂਟੀ ਟੈਕਸਸ ਤੋਂ ਇਹ ਖਬਰ ਆ ਰਹੀ ਆ ਵੀ ਉਹ 1000 ਜਿਹੜੇ ਇਨਮੇਟਸ ਆ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਜਿਹੜੇ ਜੇਲ੍ਸ ਦੇ ਵਿੱਚ ਉਹਨਾਂ ਨੂੰ ਉਹ ਛੱਡਣ ਜਾ ਰਹੇ ਆ। ਹੈਰਿਸ ਕਾਊਂਟੀ ਦੇ ਜੱਜ ਲੀਨਾ ਹਿਡਾਲਗੋ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਆ ਇਹ ਅਨਾਊਂਸ ਕੀਤਾ। ਕਹਿੰਦੇ ਵੀ ਫੈਸਿਲਿਟੀਜ਼ ਦੇ ਵਿੱਚ ਇਸ ਤੋਂ ਪਹਿਲਾਂ ਕਰੋਨਾ ਵਾਇਰਸ ਪੂਰੀ ਤਰ੍ਹਾਂ ਬੁਰੀ ਤਰ੍ਹਾਂ ਜਿਹੜਾ ਉਹ ਫੈਲ ਜਾਵੇ, ਇਹ ਟਿਕਿੰਗ ਟਾਈਮ ਬੰਬ ਹੈਗਾ ਆ, ਇਸ ਨੂੰ ਆਪਾਂ ਜਿਹੜਾ ਰੋਕਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਉਸ ਜਿਹੜੀ ਇਨਮੇਟ ਪਾਪੂਲੇਸ਼ਨ ਕਹਿੰਦੇ ਉੱਥੇ ਤਕਰੀਬਨ 8000 ਕੈਦੀ ਨੇ ਅਤੇ 3000 ਸਟਾਫ ਮੈਂਬਰ ਨੇ, ਬਹੁਤ ਸਾਰੇ ਕੰਟਰੈਕਟਰਸ ਵੀ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ। ਸੋ ਕਰੋਨਾ ਵਾਇਰਸ ਕਿਸੇ ਪਾਸੋਂ ਵੀ ਜਿਹੜਾ ਉਹ ਆ ਸਕਦਾ ਹੈ। ਸੋ ਇਸੇ ਨੂੰ ਦੇਖਦੇ ਹੋਏ ਉਹ ਟਰਾਈ ਕਰ ਰਹੇ ਆ ਵੀ ਉੱਥੋਂ ਲੋਕਾਂ ਨੂੰ ਜਿਹੜਾ ਉਹ ਛੱਡਿਆ ਜਾਵੇ। ਜੀ ਇਸੇ ਤਰ੍ਹਾਂ ਅੱਜ ਇੱਕ ਫਿਰ ਸੈਕੰਡ ਪੈਸਟਰ ਜਿਹੜਾ ਆ ਉਹਨੂੰ ਚਾਰਜ ਕੀਤਾ ਗਿਆ ਆ। ਸੋ ਇੱਕ ਪਹਿਲਾਂ ਕੀਤਾ ਸੀ ਉਸਨੇ ਫਲੋਰੀਡਾ ਦੇ ਵਿੱਚ ਸੀ ਤੇ 1000 ਬੰਦਾ ਇਕੱਠਾ ਕੀਤਾ ਸੀ, ਤੇ ਇੱਕ ਅੱਜ ਲੂਜ਼ੀਆਨਾ ਦੇ ਵਿੱਚ ਬੈਟਨ ਰੂਜ਼ ਲੂਜ਼ੀਆਨਾ ਦੇ ਵਿੱਚ ਪੈਸਟਰ ਚਾਰਜ ਕੀਤਾ ਵੀ ਉਹ ਸਰਮਨ ਕਰ ਰਿਹਾ ਸੀ ਇਕੱਠੇ ਲੋਕਾਂ ਨੂੰ। ਸੋ ਆਪਣੇ ਗੁਰੂ ਘਰਾਂ ਦੇ ਵਿੱਚ ਵੀ ਜਾਂ ਕੋਈ ਬਜ਼ੁਰਗ ਕਿਤੇ ਬਾਹਰ ਵੀ ਜਾਂਦੇ ਆ
ਆਮ ਵੀ ਬਜ਼ੁਰਗ ਮੂੰਹੋਂ ਨਿਕਲ ਹੀ ਜਾਂਦਾ ਹੁਣ, ਹੈ ਨਾ, ਪਰ ਹਰ ਇੱਕ ਬੰਦੇ ਲਈ ਮੈਂ ਕਹਿ ਰਿਹਾ ਵੀ ਭਾਈ ਗੁਰੂ ਘਰ 'ਚ ਵੀ ਟਰਾਈ ਕਰੋ, ਕਦੇ 5-7 ਤੋਂ ਵੱਧ ਬੰਦੇ ਕਿਤੇ ਨਾ ਇਕੱਠੇ ਹੋਵੋ, ਦੂਰ ਦੂਰ ਬੈਠੋ, ਜਾਓ ਮੱਥਾ ਟੇਕੋ, ਪ੍ਰਸ਼ਾਦ ਲੈ ਕੇ ਘਰ ਨੂੰ ਆ ਜਾਓ। ਟੱਚ ਨਾ ਕਰੋ ਕੁਛ ਵੀ, ਜਦੋਂ ਕਿਤੇ ਵੀ ਤੁਸੀਂ ਜਾਣਾ ਹੈ ਟੱਚ ਨਾ ਕਰੋ। ਇਹੀ ਇਸੇ ਦੇ ਵਿੱਚ ਹੀ ਜਿਹੜੀ ਹਰ ਇੱਕ ਦੀ ਭਲਾਈ ਹੈਗੀ ਆ। ਇਹ ਆਪਾਂ ਦੇਖੋ, ਹੁਣ ਕਿਸੇ ਨੂੰ ਬੁਰਾ ਲੱਗੇ, ਕਿਸੇ ਨੂੰ ਮਾੜਾ ਲੱਗੇ, ਕਿਸੇ ਨੂੰ ਜਿੱਦਾਂ ਵੀ ਆ, ਪਰ ਕਿਰਪਾ ਕਰਕੇ ਕਿਸੇ ਵੀ ਚੀਜ਼ਾਂ ਨੂੰ ਇੱਦਾਂ ਜਿਹੜਾ ਉੱਥੇ ਟੱਚ ਨਾ ਕਰੋ, ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਉੱਥੇ ਹਰ ਇੱਕ ਦੇ ਹੀ ਉਸ ਨੂੰ ਕਲੀਨ ਕਰਨਾ ਵੀ ਜਿਹੜਾ ਉਹ ਨਾਮੁਮਕਿਨ ਹੁੰਦਾ ਆ। ਸੋ ਇੱਕ ਜਿਹੜੀਆਂ ਇਹ ਵੀ ਚੀਜ਼ਾਂ ਹੈਗੀਆਂ ਹਰਜੋਤ ਸਿੰਘ ਜੀ, ਜਿਹੜੇ ਜਿੱਦਾਂ ਇੱਥੇ ਰਾਗੀ ਵੀ ਨੇ, ਬਹੁਤ ਸਾਰੇ ਹੈੱਡ ਗ੍ਰੰਥੀ ਵੀ ਨੇ। ਹੁਣ ਗੁਰੂ ਘਰ ਦੇ ਲਈ ਉਹ ਜਿਹੜੇ $10,000 ਵਾਲੀ ਗ੍ਰਾਂਟ ਆ, ਉਹਨਾਂ ਨੂੰ ਤਾਂ ਜਿਹੜੇ ਨਾਨ ਪ੍ਰੋਫਿਟ ਨੂੰ ਉਹ ਦੇ ਰਹੇ ਨੇ, ਸੋ ਉਹਨਾਂ ਨੂੰ ਕਰ ਦੇਣਾ ਚਾਹੀਦਾ ਹੈ ਐਟਲੀਸਟ, ਤਾਂ ਜੋ, ਕਿਉਂਕਿ ਹੁਣ ਸਭ ਨੂੰ ਹੀ ਜਾਣਦੇ ਆ ਵੀ ਸਭ ਦਾ ਹੀ ਪਤਾ ਆ ਵੀ ਬਹੁਤ ਸਾਰੇ ਜਿਹੜੇ ਇਸ ਤਰੀਕੇ ਦੇ ਨਾਲ ਗੁਰੂ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਆ, ਉਹਨਾਂ ਦੇ ਲਈ ਜੇ ਗੁਰੂ ਘਰ ਦੇ ਵਿੱਚ ਸਰਵਿਸ ਇੱਕ ਹਿਸਾਬ ਦੇ ਨਾਲ ਨਹੀਂ ਹੋ ਰਹੀ ਤਾਂ ਉਹਨਾਂ ਦੇ ਲਈ ਗੁਜ਼ਾਰਾ ਕਰਨਾ ਵੀ ਔਖਾ ਹੋ ਜਾਂਦਾ ਹੈ। ਜੀ, ਉਹ ਵਿਜ਼ਿਟਰ ਆਏ ਹੁੰਦੇ ਆ ਜਾਂ R1 ਵੀਜ਼ੇ ਤੇ ਆਏ ਹੁੰਦੇ ਹੈਗੇ ਆ, ਰਾਈਟ ਜੀ। ਸੋ ਸਾਨੂੰ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਹੈਗੀ ਜੀ, ਬਿਲਕੁਲ। ਤੇ ਇੱਕ ਜਿਹੜੀ ਚੀਜ਼ ਬਹੁਤ ਸਾਰੇ ਸਾਨੂੰ ਬਜ਼ੁਰਗ ਪੁੱਛਦੇ ਨੇ ਵੀ ਸਾਨੂੰ ਆਹ ਬਿਮਾਰੀ ਆ, ਅਸੀਂ ਕੰਮ ਛੱਡ ਦਈਏ ਭਲਾ, ਕਿ ਅਨਇੰਪਲੋਇਮੈਂਟ ਸਾਨੂੰ ਮਿਲ ਜੂਗੀ ਜਾਂ ਨਹੀਂ ਮਿਲ ਜੂਗੀ। ਇਹ ਦੇਖੋ ਤੁਹਾਡਾ ਆਪਣਾ ਪਰਸਨਲ ਡਿਸੀਜਨ ਉੱਦਾਂ ਹੈਗਾ ਆ ਛੱਡਣਾ। ਅਨਇੰਪਲੋਇਮੈਂਟ ਉਸੇ ਹੀ ਹਾਲਾਤ ਦੇ ਵਿੱਚ ਮਿਲਦੀ ਆ ਜੇ ਤਾਂ ਤੁਹਾਡੇ ਜਿਹੜੇ ਆ ਕੰਮ ਦੇ ਉੱਤੋਂ ਘੰਟੇ ਜਿਹੜੇ ਉਹ ਘੱਟ ਗਏ ਹੋਣ, ਵੀ ਜਿੰਨੇ ਰੈਗੂਲਰ ਤੁਹਾਨੂੰ ਪਿਛਲੇ ਲਗਾਤਾਰ ਮਿਲ ਰਹੇ ਸੀ ਉਸ ਦੇ ਨਾਲੋਂ ਹੁਣ ਉਹਨਾਂ ਨੇ ਘਟਾ ਦਿੱਤੇ ਆ, ਤੇ ਜਾਂ ਫਿਰ ਤੁਹਾਨੂੰ ਉਹਨਾਂ ਨੇ ਲੇ ਆਫ ਕਰ ਦਿੱਤਾ ਆ। ਜੇ ਤੁਸੀਂ ਆਪਣੀ ਮੈਡੀਕਲ ਕੰਡੀਸ਼ਨ ਨੂੰ ਛੱਡ ਕੇ ਖੁਦ ਆਪ ਜਿਹੜਾ ਉਹ ਕਰ ਰਹੇ ਹੋ, ਰਿਜ਼ਾਈਨ ਕਰ ਰਹੇ ਹੋ, ਤਾਂ ਉਸ ਸਿਲਸਿਲੇ ਦੇ ਵਿੱਚ ਤੁਹਾਨੂੰ ਜਿਹੜਾ ਅਨਇੰਪਲੋਇਮੈਂਟ ਨਹੀਂ ਮਿਲੇਗੀ, ਅਨਲੈਸ ਤੁਸੀਂ ਇਸ ਕਰਕੇ ਘਰਾਂ ਦੇ ਵਿੱਚ ਤੁਹਾਨੂੰ ਬਹਿਣਾ ਪੈ ਰਿਹਾ ਆ ਵੀ ਤੁਹਾਡੇ ਉੱਥੇ ਦੇ ਸ਼ਹਿਰ ਜਾਂ ਉੱਥੇ ਦੀ ਕਾਉਂਟੀ ਨੇ ਆਖਿਆ ਆ ਵੀ ਹਾਂ ਜੀ ਇੰਨੀ ਉਮਰ ਤੋਂ ਵੱਧ ਦੇ ਲੋਕ ਵਾਲੇ ਕੰਮ ਦੇ ਉੱਤੇ ਨਾ ਜਾਣ, ਤੇ ਜਦੋਂ ਤੁਸੀਂ ਫਿਰ ਉਸ ਚੀਜ਼ ਦੇ ਵਿੱਚ, ਕਿਉਂਕਿ ਉਹਨਾਂ ਨੇ ਤੁਹਾਨੂੰ ਆਲਰੇਡੀ ਮਨਾ ਹੀ ਕਰਤਾ ਕੰਮ ਤੇ ਆਉਣ ਦੇ ਲਈ, ਫਿਰ ਤੁਸੀਂ ਜਾ ਨਹੀਂ ਸਕਦੇ, ਤੇ ਉਸ ਮਾਮਲੇ ਦੇ ਵਿੱਚ ਤੁਸੀਂ ਅਨਇੰਪਲੋਇਮੈਂਟ ਜਿਹੜੀ ਉਹ ਫਾਈਲ ਕਰ ਸਕਦੇ ਆ। ਸੋ ਬਿਲਕੁਲ ਇਹਦੇ 'ਚ ਰਾਜਕਰਮਵੀਰ ਸਿੰਘ ਜੀ ਮੈਂ ਤਾਂ ਦੱਸਣਾ ਚਾਹੁੰਦਾ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਹੁਣ ਬੰਦਿਆਂ ਨੂੰ ਲੇ ਆਫ ਨਹੀਂ ਕਰ ਰਹੀਆਂ। ਉਹਦਾ ਕਾਰਨ ਕੀ ਆ? ਵੀ ਕਾਰਨ ਉਹਦਾ ਇਹ ਆ ਵੀ ਜਿਹੜਾ ਨਵਾਂ SBA ਲੋਨ ਉਹ ਦੇ ਰਹੇ ਆ। ਸੋ ਗਵਰਨਮੈਂਟ ਇਹ ਕਹਿੰਦੀ ਆ ਵੀ ਜੇ ਤੁਸੀਂ ਆਪਣੇ EMPLOYEEਆਂ ਨੂੰ ਲੇ ਆਫ ਨਾ ਕਰਾਂਗੇ, ਜਿਹੜਾ ਅਸੀਂ ਤੁਹਾਨੂੰ SBA ਲੋਨ ਦੇਣਾ ਆ $10 ਮਿਲੀਅਨ ਤੱਕ, $10 ਮਿਲੀਅਨ ਤਾਈਂ, ਉਹ ਤੁਹਾਡਾ ਮਾਫ ਹੋ ਜਾਊਗਾ। ਸੋ ਇਸ ਕਰਕੇ ਮਜਬੂਰੀ ਵਸ ਉਹਨਾਂ ਨੇ ਕਈ EMPLOYEEਆਂ ਨੂੰ ਰੱਖਣਾ ਹੈ, ਪਰ ਇਹ ਹੁਣ ਤੁਸੀਂ ਦੇਖਣਾ ਆ ਵੀ ਤੁਸੀਂ ਆਪਣੀ ਸਿਹਤ ਦੇਖਣੀ ਆ ਜਾਂ ਜੌਬ ਦੇਖਣੀ ਆ, ਇਹ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਸੋਚੋ। ਪਰ ਆਉਣ ਵਾਲਾ ਸਮਾਂ ਫਾਈਨੈਂਸ਼ੀਅਲੀ ਬੜਾ ਬੁਰਾ ਆ। ਸਵੇਰੇ ਵੀ ਆਪਾਂ ਕਵਰ ਕੀਤਾ ਸੀ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਨਪਲਾਇਮੈਂਟ ਹੋਣੀ ਹੈਗੀ ਆ। ਸੋ ਇਹਨੂੰ ਪਿਕ ਕਰਨ ਨੂੰ ਕਾਫੀ ਮਹੀਨੇ ਲੱਗਣਗੇ ਜੀ। ਮਹੀਨੇ ਜਿਹੜੇ ਆ, ਕਈ ਤਾਂ ਸਾਲਾਂ ਤੱਕ ਵੀ ਜਿਹੜਾ ਉਹ ਆਖ ਰਹੇ ਨੇ ਵੀ ਕਹਿੰਦੇ ਵੀ ਜੇ ਇਸ ਲੈਵਲ ਦੇ ਉੱਤੇ ਹੁਣ ਇਕੋਨਮੀ ਜਿੱਥੋਂ ਇਹ ਥੱਲੇ ਨੂੰ ਗਈ ਹੈ, ਇੱਥੇ ਤੱਕ ਪਹੁੰਚਣ ਨੂੰ ਹੀ ਕਾਫੀ ਲੰਮਾ ਸਮਾਂ ਜਿਹੜਾ ਉਹ ਲੱਗ ਸਕਦਾ। ਡਰਾਉਣ ਦਾ ਮਕਸਦ ਨਹੀਂ ਆ, ਦੱਸਣ ਦਾ ਮਕਸਦ ਸਾਡਾ ਇਹ ਆ ਵੀ ਜਿੰਨੇ ਵੀ ਭਾਈ ਕੋਈ ਹੁਣ ਫੈਸਲਾ ਲੈਣਾ ਆ, ਵੱਡਾ ਫੈਸਲਾ ਕੋਈ ਇਨਵੈਸਟਮੈਂਟ ਦਾ, ਚਾਹੇ ਘਰ ਲੈਣਾ ਹੈ, ਤੇ ਚਾਹੇ ਕਾਰ ਲੈਣੀ ਹੈ, ਤੇ ਚਾਹੇ ਕੁਛ ਵੀ ਜਿਹੜਾ ਹੋਰ ਮਹਿੰਗਾ ਸੌਦਾ ਜਿਹੜਾ ਉਹ ਖਰੀਦਣਾ ਆ, ਤਾਂ ਉਹ ਭਾਈ 2-4 ਵਾਰੀ 5-6 ਵਾਰੀ ਜਿਹੜਾ ਉਹ ਸੋਚ ਸਮਝ ਕੇ ਦੇਖੇ ਵੀ ਜੇ ਕੱਲ੍ਹ ਨੂੰ ਜੌਬ ਵਗੈਰਾ ਰਹੀ ਨਾ ਰਹੀ ਕੀ ਹੋਊਗਾ। ਕਿਉਂਕਿ 2008 ਤੋਂ ਬਾਅਦ ਦੇ ਵਿੱਚ ਵੀ ਹਰਜੋਤ ਸਿੰਘ ਜੀ ਜਦੋਂ ਰਿਸੈਸ਼ਨ ਆਉਣਾ ਸ਼ੁਰੂ ਹੋਇਆ ਸੀ, ਸਾਰਿਆਂ ਦੀਆਂ ਇਕੱਠੀਆਂ ਜੌਬਾਂ ਨਹੀਂ ਗਈਆਂ, ਹੌਲੀ ਕਰਕੇ ਸਾਰੀਆਂ ਮਾਰਕੀਟਸ ਦੇ ਉੱਤੇ ਉਸ ਦਾ ਜਿਹੜਾ ਅਸਰ ਆ ਉਹ ਪੈਣਾ ਸ਼ੁਰੂ ਹੋਇਆ। ਅੱਜ ਜਿਨ੍ਹਾਂ ਥਾਵਾਂ ਦੇ ਉੱਤੇ ਕੰਮ ਚੱਲ ਰਿਹਾ ਆ, ਕੱਲ੍ਹ ਨੂੰ ਹੋਰ ਕਿਸੇ ਚੀਜ਼ ਦੇ ਜਿਹੜੇ ਅਸਰ ਦੇ ਕਰਕੇ ਉੱਥੋਂ ਉਹ ਕੰਮ ਜਿਹੜੇ ਉਹ ਬੰਦ ਹੋ ਜਾਊਗਾ, ਅਤੇ ਗਾਂਹ ਤੋਂ ਗਾਂਹ ਜਿਹੜਾ ਇਹ ਰਿਪਲ ਇਫੈਕਟ ਜਿਹੜਾ ਉਹ ਪੈ ਸਕਦਾ। ਸੋ ਧਿਆਨ ਜਿਹੜਾ ਆ ਉਹ ਜ਼ਰੂਰ ਰੱਖਣਾ ਚਾਹੀਦਾ ਆ। ਕੋਈ ਵੀ ਫੈਸਲਾ ਲੈਣਾ ਆ ਉਸ ਦੇ ਲਈ ਜਿਹੜਾ ਕਿਰਪਾ ਕਰਕੇ ਤੁਸੀਂ ਠੰਡੇ ਦਿਮਾਗ ਦੇ ਨਾਲ ਸੋਚ ਸਮਝ ਕੇ ਜਿਹੜਾ ਉਹ ਫੈਸਲਾ ਲਿਆ ਜਾਵੇ। ਸੋ ਬਿਲਕੁਲ ਕਹਿੰਦੇ ਦੁਨੀਆ ਦੇ ਵਿੱਚ ਰਾਜਕਰਮਵੀਰ ਸਿੰਘ ਜੀ ਪਈ ਸਦਾਈਆਂ ਦੀ ਜਿਹੜੀ ਗਿਣਤੀ ਆ ਉਹ ਵੀ ਘੱਟ ਨਹੀਂ ਹੁੰਦੀ ਹੈਗੀ। ਨਿਊਯਾਰਕ ਦੇ ਵਿੱਚ ਇੱਕ ਬੰਦੇ ਦੀ ਵਾਈਫ ਜਿਹੜੀ ਆ ਉਹ ਮੈਟਰਨਿਟੀ ਯੂਨਿਟ ਦੇ ਵਿੱਚ ਸੀ, ਬੇਬੀ ਹੋਣਾ ਸੀ, ਤੇ ਉਹ ਆਪਣੀ ਵਾਈਫ ਨੂੰ ਦੇਖਣ ਗਿਆ। ਉਸ ਨੇ ਹਸਪਤਾਲ ਵਾਲਿਆਂ ਨੂੰ ਇਹ ਨਹੀਂ ਦੱਸਿਆ ਵੀ ਮੈਂ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਹਾਂ। ਦੱਸੋ, ਹੈ ਮੂਰਖਾਂ ਦੇ ਸਿਰ ਸਿੰਘ। ਤੁਸੀਂ ਦੇਖੋ ਵੀ ਹੁਣ ਉੱਦਾਂ ਦਾ ਬੰਦਾ ਮੈਟਰਨਿਟੀ ਵਾਰਡ ਦੇ ਵਿੱਚ ਗਿਆ, ਉੱਥੇ ਨਰਸਾਂ ਵੀ ਕੰਮ ਕਰਦੀਆਂ, ਹੋਰ ਵੀ, ਕਿਉਂਕਿ ਉਹ ਸਾਰੇ ਯੂਨਿਟ 'ਚ ਉਹਨਾਂ ਨੂੰ ਪਤਾ ਵੀ ਇੱਥੇ ਕਰੋਨਾ ਵਾਇਰਸ ਦਾ ਕੋਈ ਪੇਸ਼ੈਂਟ ਨਹੀਂ ਹੈ, ਸਿਰਫ ਉੱਥੇ ਮੈਟਰਨਿਟੀ ਵਾਰਡ ਵਾਲੀ ਆ, ਕਿਉਂਕਿ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟ ਉਹ ਟੋਟਲੀ ਡਿਫਰੈਂਟ ਯੂਨਿਟਾਂ 'ਚ ਉਹ ਰੱਖਦੇ ਆ। ਸੋ ਹੁਣ ਦੇਖੋ ਕਿੰਨੇ ਬੰਦਿਆਂ ਨੂੰ ਹੋ ਸਕਦਾ। ਸੋ ਇਹ ਬਹੁਤ ਮਾੜੀ ਗੱਲ ਆ। ਸੋ ਇੱਦਾਂ ਦੇ ਬੇਵਕੂਫ ਬੰਦੇ ਵੀ ਜਿਹੜੇ ਹੈਗੇ ਜਿਹਦੇ ਕਰਕੇ ਜਿਹੜਾ ਇਹ
ਮੇਰੇ ਹਿਸਾਬ ਨਾਲ ਕੰਟਰੋਲ 'ਚ ਨਹੀਂ ਆ ਰਿਹਾ ਜੀ। ਬਿਲਕੁਲ ਦੱਸਦੇ ਹੀ ਨਹੀਂ, ਪਤਾ ਨਹੀਂ ਕੀ ਮਾਈ ਗॉड, ਮੈਂ ਹੁਣ ਪਤਾ ਨਹੀਂ ਉੱਥੇ ਕੀ ਕਵੇ ਤੇ ਬੰਦਾ ਕੀ ਨਾ ਕਵੇ। ਇਹ ਇੱਕ ਜਿਹੜੀ ਡੈਥ ਰੇਟ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਉਮਰ ਦੀ ਆ, ਉਹ ਮੈਂ ਥੋੜ੍ਹੀ ਜਿਹੀ ਇਸ ਦੇ ਬਾਰੇ ਗੱਲ ਕਰਨੀ ਚਾਹੁੰਦਾ ਆ। 70 ਤੋਂ ਲੈ ਕੇ ਵੱਧ ਦੀ ਉਮਰ ਦੇ ਵਿੱਚ ਜਿਹੜੇ ਇਸ ਟਾਈਮ ਓਵਰਆਲ ਜਿੰਨੇ ਵੀ ਡੈਥ ਰੇਟ ਸਾਰੇ ਕੇਸਾਂ ਦੇ ਵਿੱਚ ਆਈ ਆ, ਉਹ ਹਰਜੋਤ ਸਿੰਘ ਜੀ 22% ਤੋਂ ਵੱਧ ਆ। ਜਿੰਨੇ ਕੁੱਲ ਮਾਰੇ ਗਏ ਆ ਉਹਨਾਂ ਦੇ ਵਿੱਚ 70 ਸਾਲ ਤੋਂ ਵੱਧ ਦੀ ਉਮਰ ਦੇ ਵਿੱਚ ਜਿਹੜੇ ਮਾਰੇ ਜਾਣ ਵਾਲੇ ਉਹ 22% ਨੇ। 60 ਤੋਂ ਲੈ ਕੇ 59 ਦੀ ਉਮਰ ਦੇ ਵਿੱਚ ਜਿਹੜੇ ਉਹ 3.6%, 50 ਤੋਂ 60 ਤੋਂ ਲੈ ਕੇ 69 ਦੇ ਦਰਮਿਆਨ ਜਿਹੜੇ 3.6%, 50 ਤੋਂ ਲੈ ਕੇ 59 ਦੇ ਵਿੱਚ 1.3%, 40 ਤੋਂ ਲੈ ਕੇ 49 ਦੇ ਦਰਮਿਆਨ 0.4%, 30 ਤੋਂ ਲੈ ਕੇ 39 ਦੀ ਉਮਰ ਵਾਲੇ ਜਿਹੜੇ 0.2, ਇਸੇ ਤਰੀਕੇ ਨਾਲ 10 ਤੋਂ 19 ਵਾਲੇ ਵੀ 0.2 ਤੇ 20 ਤੋਂ 29 ਵਾਲੇ ਵੀ 0.2। 0 ਤੋਂ 9 ਦੇ ਵਿੱਚ ਅਜੇ ਇਹਨਾਂ ਨੇ ਨੋ ਫੈਟੈਲਿਟੀਜ਼ ਲਿਖੀਆਂ। ਉੱਦਾਂ ਮੈਂ ਇੱਕ ਕੱਲ੍ਹ ਖਬਰ ਪੜ੍ਹੀ ਸੀ ਵੀ ਇੱਕ ਨਿਊ ਬੋਰਨ ਇਨਫੈਂਟ ਜਿਹੜਾ ਹੈ ਸ਼ਿਕਾਗੋ ਦੇ ਵਿੱਚ ਉਸ ਦੀ ਜਿਹੜੀ ਉਹ ਮੌਤ ਹੋਈ ਸੀ ਤੇ ਉਸ ਨੂੰ ਉਹਨਾਂ ਨੇ ਕਰੋਨਾ ਵਾਇਰਸ ਦੇ ਨਾਲ ਜਿਹੜਾ ਉਹ ਸੰਬੰਧਿਤ ਦੱਸਿਆ ਸੀਗਾ। ਸੋ ਮੇ ਬੀ ਇੱਥੇ ਇਹਨਾਂ ਨੇ ਸ਼ਾਇਦ ਅਪਡੇਟ ਨਾ ਕੀਤਾ ਹੋਵੇ, ਪਰ ਜੇ ਤੁਸੀਂ ਓਵਰਆਲ ਦੇਖੋ ਤਾਂ 25% ਤੋਂ ਵੱਧ ਜਿਹੜੀਆਂ ਮੌਤਾਂ ਉਹ 60 ਸਾਲ ਦੀ ਉਮਰ ਤੋਂ ਉੱਤੇ ਵਾਲਿਆਂ ਦੀਆਂ ਆ। ਅਤੇ ਇਹਨਾਂ ਦੇ ਵਿੱਚ ਸਭ ਤੋਂ ਖਤਰਨਾਕ ਉਮਰ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਕਹਿ ਲਓ ਵੀ ਐਕਸਪੋਜ਼ ਹੋ ਸਕਦੇ ਆ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਉਹ 80 ਸਾਲ ਤੋਂ ਉਮਰ ਦੇ ਉੱਤੇ ਵਾਲੇ ਹੈਗੇ ਆ। ਤਕਰੀਬਨ 15% ਜਿਹੜੇ ਮਰਨ ਵਾਲੇ ਇਹਨਾਂ ਦੇ ਵਿੱਚੋਂ ਉਸ ਉਮਰ ਦੇ ਆ। ਸੋ ਅਸੀਂ ਕਿਉਂ ਕਹਿ ਰਹੇ ਹਾਂ ਬਾਰ-ਬਾਰ, ਹਰ ਇੱਕ ਦੇ ਘਰਾਂ ਦੇ ਵਿੱਚ ਬਜ਼ੁਰਗ ਨੇ, ਦਾਦੀ ਦਾਦੇ ਨਾਨੇ ਨਾਨੀਆਂ ਜਿਹੜੇ ਉਹ ਹੈਗੇ ਨੇ। ਸੋ ਉਹਨਾਂ ਦੀ ਭਲਾਈ ਵਾਸਤੇ, ਉਹਨਾਂ ਦੀ ਜਿਹੜੀ ਆ ਸਿਹਤ ਦੇ ਖਾਤਰ ਤੁਸੀਂ ਭਾਈ ਇੱਦਾਂ ਦਾ ਪੰਗਾ ਜਿਹੜਾ ਪੁੱਠਾ ਪੰਗਾ ਉਹ ਤੁਸੀਂ ਨਾ ਹੀ ਲਿਓ। ਪਰਿਵਾਰਾਂ ਦੇ ਵਿੱਚ ਜਿਹੜੇ ਦੇਖੋ ਹੁਣ ਆਪਾਂ ਖੁਸ਼ੀਆਂ ਦੇ ਮਾਹੌਲ ਦੀ ਗੱਲ ਕਰਕੇ ਹਟੇ ਹਾਂ। ਨਿਊਯਾਰਕ ਦੇ ਵਿੱਚ ਉਹ ਜਿਹੜੇ ਇੱਕ ਪਾਰਟੀ ਦੇ ਕੇਸ ਦੀ ਜਿਹੜੀ ਗੱਲ ਆਈ ਹੈ ਵੀ ਉੱਥੇ ਕਿੰਨੇ ਲੋਕਾਂ ਨੂੰ ਜਿਹੜਾ ਹੋ ਗਿਆ, ਉਹ ਖੁਸ਼ੀ ਦੇ ਮੌਕੇ ਜਿਹੜੇ ਉਹ ਗਮ ਦੇ ਵਿੱਚ ਝੱਟ ਤਬਦੀਲ ਹੋ ਜਾਂਦੇ ਆ। ਅਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਜੇ ਰੱਬ ਨਾ ਕਰੇ ਕਿਸੇ ਦੇ ਪਰਿਵਾਰ ਦੇ ਜੀਅ ਦੇ ਨਾਲ ਇੱਦਾਂ ਹੋ ਗਿਆ, ਉਹਦੇ ਕੋਲ ਤੁਸੀਂ ਲਾਗੇ ਨਹੀਂ ਜਾ ਸਕਣਾ। ਨਾ ਉਹਨਾਂ ਨੂੰ ਜਦੋਂ ਜ਼ਰੂਰਤ ਹੋਣੀ ਤੁਹਾਡੀ, ਨਾ ਤੁਹਾਨੂੰ ਉਹਨਾਂ ਦੇ ਲਾਗੇ ਜਾਣ ਦੇਣਾ ਆ ਅਤੇ ਨਾ ਤੁਸੀਂ ਉਹਨਾਂ ਦੇ ਕੋਲ ਜਿਹੜਾ ਉਹ ਜਾ ਸਕਣਾ ਆ। ਇਕੱਲੇ ਥੱਲੇ ਜਿਹੜੇ ਉਹ ਪੈ ਜਾਣਾ ਆ। ਇੱਦਾਂ ਦੀ ਨੌਬਤ ਕਿਸੇ ਦੇ ਪਰਿਵਾਰ 'ਚ ਨਾ ਆਵੇ, ਇਸ ਲਈ ਆਪਣੀ ਅਕਲ ਨੂੰ ਹੱਥ ਮਾਰੋ। ਸੋ ਬਿਲਕੁਲ ਆਪਾਂ ਕੰਡੀਸ਼ਨ ਵੀ ਰਾਜਕਨਵੀਰ ਸਿੰਘ ਜੀ ਦੱਸ ਦਿਓ ਵੀ ਕਈਆਂ ਦੀ ਹਾਰਟ ਕੰਡੀਸ਼ਨ ਵਾਲੇ ਕਿੰਨੇ % ਸੀ? ਜੀ ਬਿਲਕੁਲ ਉਹ ਵੀ ਆਂਕੜਾ ਜਿਹੜਾ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਦੱਸਿਆ ਜਾਰੀ ਕੀਤਾ ਹੈਗਾ ਆ। ਸੋ ਡੈਥ ਰੇਟ ਜਿਹੜੇ ਕਨਫਰਮਡ ਕੇਸਾਂ ਦੇ ਵਿੱਚ ਸਭ ਤੋਂ ਜਿਹੜਾ ਮਾੜਾ ਜਿਹੜਾ ਸਾਬਤ ਹੋ ਰਿਹਾ, ਜਿਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ, ਕਾਰਡੀਓਵੈਸਕੂਲਰ ਜਿਹੜੀਆਂ ਡਿਜ਼ੀਜ਼ਿਜ਼ ਆ, ਉਹਨਾਂ ਨੂੰ 13% ਤੋਂ ਵੱਧ ਜਿਹੜੇ ਮਰਨ ਵਾਲੇ ਉਹਨਾਂ ਦੇ ਵਿੱਚ ਉਹ ਹੈਗੇ ਨੇ। ਡਾਇਬਟੀਜ਼ ਵਾਲੇ 9% ਜਿਹੜੇ ਮਰਨ ਵਾਲੇ ਉਹ ਨੇ। ਕਰੋਨਿਕ ਰੈਸਪੀਰੇਟਰੀ ਜਿੱਦਾਂ ਅਸਥਮਾ ਆ, ਸਾਹ ਦੀਆਂ ਹੋਰ ਤਕਲੀਫ ਆ, ਫੇਫੜਿਆਂ ਦੀ ਕੋਈ ਬਿਮਾਰੀ ਜਿਹੜੀ ਉਹਨਾਂ ਨੂੰ ਕੋਈ ਹੈਗੀ ਆ, ਉਹ 8% ਆ। ਹਾਈਪਰ ਟੈਨਸ਼ਨ ਜਿਹੜੀ ਆ, ਜਿਹੜਾ ਵੱਧ BP ਵੀ ਹੋ ਜਾਂਦਾ, ਸਟ੍ਰੈਸ ਵਾਲਾ ਵੀ ਇਸ ਦੇ ਨਾਲ ਹੀ ਆ ਜਾਂਦਾ ਆ, ਉਹ 8.4 ਆ। ਕੈਂਸਰ ਵਾਲੇ 7.6% ਆ। ਜਿਨ੍ਹਾਂ ਦੀਆਂ ਕੋਈ ਕੰਡੀਸ਼ਨਸ ਨਹੀਂ ਸੀਗੀਆਂ ਉਹ 0.9% ਆ। ਉਹ ਵੀ ਕੋਈ ਜਿਹੜਾ ਹੈਗਾ ਆ, ਪਰ ਉਹ ਵੀ ਜਿਹੜੇ ਉਹ ਮਾਰੇ ਜਾ ਰਹੇ ਨੇ। ਸੋ ਇਸ ਤੋਂ ਸੇਫ ਜਿਹੜਾ ਇੱਕ ਹਿਸਾਬ ਦੇ ਨਾਲ ਆਪਾਂ ਕਹੀਏ ਵੀ 100% ਮੈਂ ਕਹਿ ਦੇਵਾਂ ਵੀ ਹਰਜੋਤ ਭਾਜੀ ਨੂੰ ਆਹ ਚੀਜ਼ਾਂ ਨਹੀਂ ਹੈਗੀਆਂ ਤੇ ਤੁਹਾਨੂੰ ਹੋ ਹੀ ਨਹੀਂ ਸਕਦਾ, ਇੱਦਾਂ ਜਿਹੜਾ ਬਿਲਕੁਲ ਨਹੀਂ ਆਖਿਆ ਜਾ ਸਕਦਾ ਵੀ ਇੱਕ ਉਂਗਲ ਕਰਕੇ ਕਹਿ ਦਈਏ ਵੀ ਤੈਨੂੰ ਤਾਂ ਭਾਈ ਹੋ ਹੀ ਨਹੀਂ ਸਕਦਾ। ਕੋਈ ਵੀ ਜਿਹੜਾ ਐਕਸਪੋਜ਼ ਹੋਇਆ ਕਰੋਨਾ ਵਾਇਰਸ ਨੂੰ, ਉਹਨੂੰ ਹੋ ਸਕਦਾ ਆ। ਅਤੇ ਉਹਦੇ ਲਈ ਜਿਹੜੀ ਉਹ ਮਾੜੀ, ਉਹਨਾਂ ਦੇ ਪਰਿਵਾਰ ਦੇ ਲਈ ਮਾੜੀ ਖਬਰ ਜਿਹੜੀ ਉਹ ਸਾਹਮਣੇ ਆ ਸਕਦੀ ਆ। ਸੋ ਇਸ ਲਈ ਬਚਾਅ ਦੇ ਵਿੱਚ ਹੀ ਬਚਾਅ ਹੈਗਾ। ਜਾਂਦੇ ਜਾਂਦੇ ਇੱਕ ਵਾਰੀ ਫੇਰ ਸਿੱਖ ਸੈਂਟਰ ਆਫ ਨਿਊਯਾਰਕ ਤੇ ਜਿਹੜੇ ਨਿਊਯਾਰਕ ਦੇ ਸਿੱਖ ਹੈਗੇ ਆ 30,000 ਦੇ ਕਰੀਬ ਲੋਕਾਂ ਨੂੰ ਫੂਡ ਜਿਹੜੇ ਦੇ ਰਹੇ ਆ, ਜਿਹੜੇ ਸੈਲਫ ਆਈਸੋਲੇਸ਼ਨ ਦੇ ਵਿੱਚ ਆ। ਉੱਥੇ ਦੇ ਮੇਅਰ ਨੇ ਕੰਟੈਕਟ ਕੀਤਾ ਸੀ ਸਿੱਖਾਂ ਨੂੰ। ਸੋ ਬਹੁਤ ਵਧੀਆ ਸੇਵਾ ਕਰ ਰਹੇ। ਕਹਿੰਦੇ ਵੀ ਜਿਹੜੇ ਬਜ਼ੁਰਗ ਆ ਘਰਾਂ ਦੇ ਵਿੱਚ, ਜਾਂ ਜਿਹਨਾਂ ਨੂੰ ਸੈਲਫ ਆਈਸੋਲੇਸ਼ਨ ਜਿਸ ਤਰ੍ਹਾਂ ਦੱਸਿਆ ਸੀ ਵੀ ਜਿਹਨਾਂ ਨੂੰ ਬਹੁਤ ਘੱਟ ਚਾਂਸ ਆ, ਮਨਿਊਟ ਜਿੱਦਾਂ ਹੋਇਆ ਆ ਕਰੋਨਾ ਵਾਇਰਸ, ਉਹਨਾਂ ਨੂੰ ਕਿਹਾ ਵੀ ਤੁਸੀਂ ਘਰਾਂ ਤੋਂ ਬਾਹਰ ਨਾ ਨਿਕਲੋ। ਹੋਰ ਵੀ ਜਿਹੜੇ ਹੈਗੇ ਆ, ਜਿੱਦਾਂ ਆਪਾਂ ਦੱਸਦੇ ਹਾਂ ਵੀ ਬਜ਼ੁਰਗ ਨਾ ਘਰਾਂ ਤੋਂ ਬਾਹਰ ਨਿਕਲੋ, ਉਹਨਾਂ ਨੂੰ ਫੂਡ ਸਪਲਾਈ ਕਰ ਰਿਹਾ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਸਾਰਿਆਂ ਨੂੰ ਜਿਹੜੀ ਆ ਚੜ੍ਹਦੀ ਕਲਾ ਬਖਸ਼ੇ। ਜੀ ਬਿਲਕੁਲ, ਸਾਰਿਆਂ ਨੂੰ ਸਿਹਤਯਾਬੀ ਬਖਸ਼ੇ, ਸਾਰੇ ਜਣੇ ਠੀਕ ਰਹਿਣ, ਸਾਰੇ ਜਣੇ ਆਪਾਂ ਜਿਹੜੇ ਇਹਨਾਂ ਹੁਕਮਾਂ ਦੀ ਜਿਹੜੀ ਆ ਤਮੀਲ ਕਰੀਏ, ਪਾਲਣਾ ਕਰੀਏ। ਇਹ ਆਪਣੀ ਭਲਾਈ ਦੇ ਲਈ ਹੀ ਜਿਹੜੇ ਸਖਤ ਫੈਸਲੇ ਆ ਉਹ ਦਿੱਤੇ ਗਏ ਨੇ। ਹਾਂ, ਇਹ ਬਾਅਦ ਦੇ ਵਿੱਚ ਆਪਾਂ ਵਿਚਾਰ ਕਰ ਲਾਂਗੇ ਵੀ ਇਹ ਚਾਈਨਾ ਨੇ ਜਾਣਬੁੱਝ ਕੇ ਬਣਾਇਆ, ਬਾਇਓਲੋਜੀਕਲ ਵਾਰਫੇਅਰ ਸੀ, ਕਿੱਦਾਂ ਸੀ ਇਹ। ਚਲੋ ਨਾਲ ਦੇ ਨਾਲ ਉਹ ਸਟੇਟ ਗੌਰਮੈਂਟ ਦਾ, ਸਰਕਾਰਾਂ ਦਾ ਕੰਮ ਉਹਨਾਂ ਨੇ ਕਰੀ ਜਾਣਾ। ਆਪਾਂ ਕਿੱਦਾਂ ਬਚਣਾ ਆ, ਕਿੱਦਾਂ ਜਿਹੜਾ ਬਚਾਅ ਰੱਖ ਸਕਦੇ ਆ, ਉਸ ਦੇ ਵੱਲ ਜਿਹੜਾ ਇਸ ਟਾਈਮ ਆਪਣਾ ਜਿਹੜਾ ਉਹ ਜ਼ੋਰ ਹੋਣਾ ਚਾਹੀਦਾ ਆ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।